ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਕੋਸ਼ਿਸ਼ ਕਰਾਂਗੇ ਕਿ ਅੱਜ ਤੁਹਾਡੇ ਕੁਝ ਸ਼ੰਕੇ ਨਿਵਰਤ ਕਰ ਦਿੱਤੇ ਜਾਣ। ਇਮੀਗ੍ਰੇਸ਼ਨ, ਕੈਨੇਡੀਅਨ ਇਮੀਗ੍ਰੇਸ਼ਨ ਹਰ ਇੱਕ ਵਿਅਕਤੀ ਵਿਸ਼ੇਸ਼ ਦਾ ਅਹਿਮ ਮੁੱਦਾ ਹੈ। ਬਹੁਤ ਸਾਰੇ ਤੁਹਾਡੇ ਸਵਾਲ ਹੁੰਦੇ ਆ ਕਿ ਅਸੀਂ ਕੈਨੇਡਾ ਕਿਵੇਂ ਜਾ ਸਕਦੇ ਹਾਂ, ਅਸੀਂ ਕਿਹੜੀ ਕੈਟਾਗਰੀ ਅਧੀਨ ਕੈਨੇਡਾ ਜਾ ਸਕਦੇ ਹਾਂ, ਜੇਕਰ ਸਾਡੇ ਵੀਜ਼ੇ ਲੱਗੇ ਹੋਏ ਨੇ ਕੀ ਅਸੀਂ ਹੁਣ ਕੈਨੇਡਾ ਆ ਸਕਦੇ ਹਾਂ, ਅਸੀਂ ਵਿਜ਼ਟਰ ਵੀਜ਼ਾ ਲਿਆ ਹੋਇਆ ਕੀ ਹੁਣ ਅਸੀਂ ਕੈਨੇਡਾ ਜਾ ਸਕਦੇ ਹਾਂ, ਜਾਂ ਬਹੁਤ ਸਾਰੇ ਬੱਚੇ ਜਿਹੜੇ ਇੱਧਰ ਪੜ੍ਹਨ ਵਾਸਤੇ ਆਉਂਦੇ ਨੇ, ਲੜਕੇ ਜਾਂ ਲੜਕੀਆਂ, ਉਹ ਆਪਣੇ ਜਦੋਂ ਸਪਾਊਸ ਦਾ ਵੀਜ਼ਾ ਅਪਲਾਈ ਕਰਦੇ ਆ, ਬਹੁਤ ਗਿਣਤੀ ਵਿੱਚ ਸਵਾਲ ਹੁੰਦੇ ਆ ਕਿ ਸਾਡਾ ਤਾਂ ਸਪਾਊਸ ਦਾ ਵੀਜ਼ਾ ਹੀ ਰਿਫਿਊਜ਼ ਕਰ ਦਿੱਤਾ, ਅਸੀਂ ਕੀ ਕਰੀਏ, ਇਹ ਵੀਜ਼ੇ ਦੀ ਰਿਫਿਊਜ਼ਲ ਕਿਵੇਂ ਰੋਕੀ ਜਾ ਸਕਦੀ ਹੈ। ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਇੱਕ ਮੁਲਾਕਾਤ ਵਿੱਚ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਾਡੇ ਮਹਿਮਾਨ ਰਹਿਣਗੇ ਹੈਰੀਟੇਜ ਇਮੀਗ੍ਰੇਸ਼ਨ ਤੋਂ ਜਸਵੀਰ ਸਿੰਘ ਕਲੇਰ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਲਗਭਗ ਸਾਰੇ ਸਵਾਲਾਂ ਦੇ ਜਵਾਬ ਜਸਵੀਰ ਸਿੰਘ ਕਲੇਰ ਹੋਣ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਆਓ ਸਭ ਤੋਂ ਪਹਿਲਾਂ ਜਸਵੀਰ ਸਿੰਘ ਕਲੇਰ ਹੋਣਾ ਦਾ ਸਵਾਗਤ ਕਰੀਏ। ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਜੀ ਆਨੋ ਜੀ। ਬੈਨੀਪਾਲ ਸਾਹਿਬ, ਸਤਿ ਸ਼੍ਰੀ ਅਕਾਲ। ਤੁਹਾਡੇ ਦਰਸ਼ਕਾਂ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ। ਜਸਵੀਰ ਸਿੰਘ ਜੀ, ਪਿਛਲੇ ਪ੍ਰੋਗਰਾਮ ਦਾ ਬਹੁਤ ਵਧੀਆ ਤੇ ਭਰਮਾ ਹੁੰਗਾਰਾ ਮਿਲਿਆ। ਉਹਦੇ ਵਿੱਚ ਕੁਝ ਇੱਕ ਤੇ ਸਵਾਲ ਜਿਹੜੇ ਆਏ ਸੀ ਦਰਸ਼ਕਾਂ ਦੇ, ਆਪਾਂ ਉਹਨਾਂ ਦੇ ਸ਼ੰਕੇ ਨਿਵਰਤ ਕੀਤੇ ਤੇ ਕੁਝ ਇੱਕ ਨਵੇਂ ਸਵਾਲ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਪਰ ਵਾਰ-ਵਾਰ ਸਵਾਲ ਇੱਕ ਫੇਰ ਆ ਰਿਹਾ ਹੈ ਕਿ ਅਸੀਂ ਕੈਨੇਡਾ ਆਉਣਾ ਚਾਹੁੰਦੇ ਹਾਂ, ਵੀਜ਼ੇ ਸਾਡੇ ਕੋਲ ਹੈਗੇ ਆ, ਕੌਣ-ਕੌਣ ਇਸ ਵਕਤ ਕੈਨੇਡਾ ਹਾਲੇ ਵੀ ਆ ਸਕਦਾ ਜਾਂ ਨਹੀਂ? ਜਿਸ ਤਰ੍ਹਾਂ ਆਪਾਂ ਬੈਨੀਪਾਲ ਸਾਹਿਬ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਡਿਸਕਸ ਕੀਤਾ ਸੀਗਾ, ਉਹਦੇ ਵਿੱਚ ਹਜੇ ਤੱਕ ਕੋਈ ਵੱਖਰੀ ਅਪਡੇਟ ਨਹੀਂ ਆਈ ਜੀ। ਸੋ ਕੋਈ ਵੀ ਪਰਮਾਨੈਂਟ ਰੈਜ਼ੀਡੈਂਟ ਹੋਵੇ, ਸਿਟੀਜ਼ਨ ਹੋਵੇ, PR ਵਾਲਿਆਂ ਦਾ ਫੈਮਿਲੀ ਮੈਂਬਰ ਹੋਵੇ, ਸਿਟੀਜ਼ਨ ਤੇ PR ਵਾਲਿਆਂ ਦਾ ਫੈਮਿਲੀ ਮੈਂਬਰ, ਉਹਦੇ ਵਿੱਚ ਉਹਨਾਂ ਦੀ ਵਾਈਫ, ਉਹਨਾਂ ਦੇ ਬੱਚੇ, ਤੇ ਜਿਹੜੇ PR ਤੇ ਸਿਟੀਜ਼ਨ ਉਹਨਾਂ ਦੇ ਮਾਂ-ਬਾਪ ਜਿਨ੍ਹਾਂ ਨੂੰ ਵਿਜ਼ਿਟਰ ਵੀਜ਼ਾ ਲੱਗਾ ਹੋਇਆ ਜੀ, ਉਹ ਵੀ ਕੈਨੇਡਾ ਆ ਸਕਦੇ ਆ। ਜਿਹੜੇ ਉਹਨਾਂ ਦੇ ਮਾਂ-ਬਾਪ ਆ ਵਿਜ਼ਿਟਰ ਵੀਜ਼ਾ ਜਿਨ੍ਹਾਂ ਕੋਲ ਹੈਗਾ ਆ, ਉਹਨਾਂ ਨੂੰ ਕੈਨੇਡਾ ਆਉਣ ਵਾਸਤੇ 에ਅਰਲਾਈਨ ਨੂੰ ਇੱਕ ਪ੍ਰੂਫ ਦੇਣਾ ਪਏਗਾ। ਇੱਕ ਪ੍ਰੂਫ ਦੇਣਾ ਪਏਗਾ ਉਹਨਾਂ ਦਾ ਰਿਲੇਸ਼ਨਸ਼ਿਪ ਟੂ ਦੀਅਰ ਚਾਈਲਡ ਇਨ ਕੈਨੇਡਾ, ਉਹਨਾਂ ਦਾ PR ਕਾਰਡ ਜਾਂ ਉਹਨਾਂ ਦੇ ਸਿਟੀਜ਼ਨ ਦੀ ਕਾਪੀ ਕਿ ਉਹਨਾਂ ਦਾ ਬੱਚਾ ਕੈਨੇਡਾ ਦੇ ਵਿੱਚ PR ਜਾਂ ਸਿਟੀਜ਼ਨ ਹੈ। ਦੂਸਰਾ ਉਹਨਾਂ ਨੂੰ ਪ੍ਰੂਫ ਦੇਣਾ ਪਏਗਾ ਰਿਲੇਸ਼ਨਸ਼ਿਪ ਦਾ। ਰਿਲੇਸ਼ਨਸ਼ਿਪ ਦਾ ਪ੍ਰੂਫ ਸਾਡੇ ਕੋਲ ਹੋ ਸਕਦਾ ਆ ਕੋਈ ਜਾਂ ਬਰਥ ਸਰਟੀਫਿਕੇਟ ਹੋਵੇ, ਜੇ ਬਰਥ ਸਰਟੀਫਿਕੇਟ ਨਹੀਂ ਹੈਗਾ ਤਾਂ ਉਹਨਾਂ ਦਾ 10ਵੀਂ ਦਾ ਸਰਟੀਫਿਕੇਟ ਜਿੱਤੇ ਮਾਂ-ਬਾਪ ਦੇ ਨਾਮ ਹੋਣ, ਜਾਂ ਇੰਡੀਅਨ ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਜਿਹੜੇ ਇੱਧਰ ਉਹਨਾਂ ਦੇ ਬੱਚੇ ਹੈਗੇ ਆ, ਉਹਨਾਂ ਦੇ ਇੰਡੀਅਨ ਪਾਸਪੋਰਟ ਚਾਹੇ ਕੈਂਸਲ ਵੀ ਹੋਏ ਹੋਣ, ਉਹਦਾ ਪਹਿਲਾ ਤੇ ਲਾਸਟ ਪੇਜ ਜਿਹਦੇ ਤੇ ਮਾਂ-ਬਾਪ ਦੇ ਨਾਮ ਪ੍ਰਿੰਟ ਹੋਏ ਆ। ਸੋ PR ਕਾਰਡ ਦੀ ਕਾਪੀ ਜਾਂ ਸਿਟੀਜ਼ਨ ਦੀ ਕਾਪੀ ਤੇ ਪ੍ਰੂਫ ਆਫ ਰਿਲੇਸ਼ਨਸ਼ਿਪ ਦੇਣਾ ਪਏਗਾ, ਫਿਰ ਉਹਨਾਂ ਦੇ ਮਾਂ-ਬਾਪ ਕੈਨੇਡਾ ਨੂੰ ਬੋਰਡ ਕਰ ਸਕਦੇ ਆ। ਜਿਹੜੇ ਵਰਕ ਪਰਮਿਟ ਹੋਲਡਰਸ ਆ, ਜਿਹੜੇ ਸਟੂਡੈਂਟਸ ਹੋਲਡਰਸ ਆ, ਜਿਨ੍ਹਾਂ ਨੂੰ ਮਾਰਚ 18 ਤੋਂ ਪਹਿਲਾਂ ਵੀਜ਼ਾ ਲੱਗਾ ਹੋਇਆ, ਉਹ ਵੀ ਆ ਸਕਦੇ ਆ। ਪਰ ਸਟੂਡੈਂਟਸ ਵਾਸਤੇ ਉਹ ਇਹ ਰਿਕੁਆਇਰਮੈਂਟ ਰੱਖ ਸਕਦੇ ਆ ਕਿ ਤੁਹਾਡੀਆਂ ਕਲਾਸਿਸ ਇਸ ਵੇਲੇ ਇਨ ਪਰਸਨ ਚੱਲ ਰਹੀਆਂ ਜਾਂ ਨਹੀਂ ਚੱਲ ਰਹੀਆਂ। ਤੇ ਜਿਹੜੇ ਵਰਕ ਪਰਮਿਟ ਆ, ਉਹਨਾਂ ਨੂੰ ਉਹ ਕਿਸੇ ਵੇਲੇ ਕਹਿ ਦਿੰਦੇ ਕਿ ਤੁਸੀਂ ਸਾਨੂੰ ਲੈਟਰ ਆਫ ਇੰਪਲੋਇਮੈਂਟ ਲਿਆ ਕੇ ਦਿਖਾਓ ਕਿ ਤੁਹਾਡੀ ਜੌਬ ਕੈਨੇਡਾ ਦੇ ਵਿੱਚ ਰੈਡੀ ਹੈ ਜੀ। ਜੇ ਤੁਹਾਡਾ ਵਰਕ ਪਰਮਿਟ ਲੱਗਾ ਹੋਇਆ, ਦੈਟ ਡਜ਼ਨਟ ਮੀਨ ਕਿ ਜੌਬ ਵੀ ਅਵੇਲੇਬਲ ਹੈ। ਹੋ ਸਕਦਾ ਤੁਹਾਡਾ ਬਿਜ਼ਨਸ ਬੰਦ ਹੋਵੇ, ਸੋ ਇਸ ਕਰਕੇ ਉਹ ਲੈਟਰ ਆਫ ਇੰਪਲੋਇਮੈਂਟ ਵੀ ਲੈਣੀ ਪੈ ਸਕਦੀ ਆ। ਲਾਸਟ ਹੈਗਾ ਆ ਕਿ ਜਿਹੜੇ ਵਰਕ ਪਰਮਿਟ ਤੇ ਸਟੂਡੈਂਟ, ਵਰਕ ਪਰਮਿਟ ਹੋਲਡਰਸ ਜਾਂ ਸਟੂਡੈਂਟਸ ਜਿਹੜੇ ਕੈਨੇਡਾ 'ਚ ਰਹਿ ਰਹੇ ਨੇ, ਜੇ ਉਹਨਾਂ ਦੇ ਮਾਂ-ਬਾਪ ਨੂੰ ਵਿਜ਼ਟਰ ਵੀਜ਼ਾ ਲੱਗਾ ਹੋਇਆ, ਉਹ ਵੀ ਕੈਨੇਡਾ ਆ ਸਕਦੇ ਆ। ਪਰ ਉਹਨਾਂ ਨੂੰ, ਜਿਸ ਤਰ੍ਹਾਂ ਮੈਂ ਲਾਸਟ ਟਾਈਮ ਦੱਸਿਆ ਸੀ, ਉਹਨਾਂ ਨੂੰ ਇੱਕ ਈਮੇਲ ਤੇ ਡਾਕੂਮੈਂਟ ਭੇਜਣੇ ਪੈਣਗੇ ਗਵਰਨਮੈਂਟ ਆਫ ਕੈਨੇਡਾ ਨੂੰ, ਜਿਹੜੇ ਨਾਰਮਲੀ 2 ਤੋਂ 3 ਵੀਕ ਦੇ ਵਿੱਚ ਰਿਪਲਾਈ ਕਰ ਦਿੰਦੇ ਆ, ਜਿਹੜੀ ਕਿ ਹੁੰਦੀ ਆ ਕਿ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ। ਉਹਨਾਂ ਦੇ ਮਾਂ-ਬਾਪ ਵੀ ਉਹ ਆਥੋਰਾਈਜੇਸ਼ਨ ਰਿਟਰਨ ਟੂ ਕੈਨੇਡਾ ਲੈ ਕੇ ਕੈਨੇਡਾ ਨੂੰ ਆ ਸਕਦੇ ਹਨ। ਅੱਛਾ, ਹੁਣ ਮੈਨੂੰ ਇਹ ਦੱਸਿਓ, ਹੁਣ ਸਾਡੇ ਬਹੁਤ ਸਾਰੇ ਦਰਸ਼ਕ ਹੋਣਗੇ, ਕੋਈ ਵਿਜ਼ਿਟ ਕਰਨਾ ਚਾਹੁੰਦਾ ਹੈ ਪਰ ਉਹਨਾਂ ਕੋਲ ਹਾਲੇ ਵਿਜ਼ਟਰ ਵੀਜ਼ਾ ਹੈ ਨਹੀਂ, ਘੁੰਮਣ ਫਿਰਨ ਦੇ ਸ਼ੌਕੀਨ ਬਹੁਤ ਸਾਰੇ ਲੋਕ ਨੇ, ਕੀ ਵਿਜ਼ਟਰ ਵੀਜ਼ੇ ਵੀ ਅਪਲਾਈ ਕੀਤੇ ਜਾ ਸਕਦੇ ਆ ਜਾਂ ਕਿਹੜੇ-ਕਿਹੜੇ ਵੀਜ਼ੇ ਨੇ ਜਿਹੜੇ ਇਸ ਵਕਤ ਅਪਲਾਈ ਨਹੀਂ ਕੀਤੇ ਜਾ ਸਕਦੇ? ਵਿਜ਼ਟਰ ਵੀਜ਼ਾ, ਵਰਕ ਵੀਜ਼ਾ, ਜਿਹੜੇ ਵੀ ਵੀਜ਼ੇ ਇਸ ਵੇਲੇ ਅੰਬੈਸੀ ਆਨਲਾਈਨ ਲੈ ਰਹੀ ਆ, ਫਾਈਲ ਤੇ ਅਪਲਾਈ ਆਨਲਾਈਨ ਹੋ ਜਾਣਗੀਆਂ, ਪਰ ਫਿੰਗਰਪ੍ਰਿੰਟ ਦੀ ਵਜ੍ਹਾ ਕਰਕੇ ਉਹ ਫਾਈਲ ਉੱਥੇ ਪ੍ਰੋਸੈਸ ਨਹੀਂ ਹੋਣਗੀਆਂ। ਕੈਨੇਡਾ ਦੇ ਅੰਦਰ ਵਿਜ਼ਟਰ ਐਕਸਟੈਂਸ਼ਨ, ਸਟੂਡੈਂਟਸ ਐਕਸਟੈਂਸ਼ਨ, ਵਰਕ ਪਰਮਿਟ ਐਕਸਟੈਂਸ਼ਨ ਵਾਸਤੇ ਉਹਨੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਦੀ ਰਿਕੁਆਇਰਮੈਂਟ ਖਤਮ ਕਰ ਦਿੱਤੀ, ਪਰ ਓਵਰਸੀਜ਼ ਹਜੇ ਉਹਨੇ ਖਤਮ ਨਹੀਂ ਕੀਤੀ। ਹੁਣ ਇੰਡੀਆ ਦੇ ਵਿੱਚ ਇਸ ਵੇਲੇ ਹਰ ਰੋਜ਼ ਅਸੀਂ ਖਬਰਾਂ 'ਚ ਸੁਣਦੇ ਹਾਂ 60,000, 65,000, 70,000 ਇਨਫੈਕਸ਼ਨ ਡੇਲੀ ਸਾਹਮਣੇ ਆ ਰਹੀ ਹੈ। ਅਗਰ ਇੰਨੀ ਇਨਫੈਕਸ਼ਨ ਸਾਹਮਣੇ ਆ ਰਹੀ ਹੋਵੇ, ਲੱਗਦਾ ਨਹੀਂ ਕਿ ਕੈਨੇਡੀਅਨ ਅੰਬੈਸੀ ਇਹ ਰਿਸਕ ਲਏਗੀ ਕਿ ਉਹਨਾਂ ਦੇ ਆਫੀਸਰ ਉੱਥੇ ਫਿੰਗਰਪ੍ਰਿੰਟ ਵਾਸਤੇ ਓਪਨ ਕਰ ਦੇਣ। ਸੋ ਫਾਈਲ ਆਨਲਾਈਨ ਲੱਗ ਸਕਦੀ ਆ,
ਪਰ ਉਹ ਫਾਈਲ ਦਾ ਰਿਜ਼ਲਟ ਨਹੀਂ ਆਏਗਾ ਜਦੋਂ ਤੱਕ ਉਹਨਾਂ ਦੇ ਬਾਇਓਮੈਟ੍ਰਿਕ ਨਹੀਂ ਹੋ ਜਾਂਦੇ ਜਾਂ ਗਵਰਨਮੈਂਟ ਕੋਈ ਅਪਡੇਟ ਨਹੀਂ ਕਰ ਦਿੰਦੀ ਕਿ ਬਾਹਰੋਂ ਆਉਣ ਵਾਲਿਆਂ ਦੇ ਬਾਇਓਮੈਟ੍ਰਿਕ ਵੀ ਅਸੀਂ ਐਗਜ਼ੈਂਪਟ ਕਰ ਰਹੇ ਹਾਂ, ਜਿਹਦੇ ਬਾਰੇ ਅਜੇ ਤੱਕ ਉਹਨਾਂ ਨੇ ਕੋਈ ਅਪਡੇਟ ਨਹੀਂ ਕੀਤੀ। ਜਾਂ ਉਹਨਾਂ ਵਾਸਤੇ ਚੰਗਾ ਹੋ ਸਕਦਾ ਕਿਸੇ ਨੇ ਪਹਿਲਾਂ ਆਪਣੇ ਫਿੰਗਰਪ੍ਰਿੰਟ ਕਰਵਾਏ ਹੋਣ ਪਰ ਜਾਂ ਵੀਜ਼ਾ ਰਿਫਿਊਜ਼ ਹੋ ਗਿਆ ਹੋਵੇ ਜਾਂ ਹਾਲੇ ਉਹਨਾਂ ਨੇ ਪਹਿਲਾਂ ਫਾਈਲ ਨਹੀਂ ਸੀ ਲਾਈ, ਕਿਸੇ ਕਾਰਨ ਕਰਕੇ ਫਿੰਗਰਪ੍ਰਿੰਟ ਕਿਸੇ ਦੇ ਹੋਏ ਨੇ ਤੇ ਉਹ ਚੱਲ ਸਕਦੇ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿਨ੍ਹਾਂ ਦੇ ਫਿੰਗਰਪ੍ਰਿੰਟ ਹੋ ਚੁੱਕੇ ਆ ਉਹ 10 ਸਾਲ ਲਈ ਵੈਲਿਡ ਨੇ। ਸੋ ਹੋ ਸਕਦਾ ਕਿ ਉਹਨਾਂ ਦੀ ਫਾਈਲ ਨੂੰ ਪ੍ਰੋਸੈਸਿੰਗ ਦੀ ਪ੍ਰਾਇੋਰਟੀ ਮਿਲ ਜਾਵੇ, ਉਹਨਾਂ ਦਾ ਡਿਸੀਜਨ ਆਉਣ ਦੀ ਆਸ ਕਾਫੀ ਵੱਧ ਸਕਦੀ ਆ, ਪਰ ਬਾਕੀਆਂ ਨੂੰ ਉਹਨਾਂ ਟਾਈਮ ਵੇਟ ਕਰਨੀ ਪਏਗੀ। ਸੋ ਸਟੂਡੈਂਟ ਵਾਸਤੇ ਇੱਕ ਅਪਡੇਟ ਹੋ ਰਿਹਾ ਜਿਹੜੀ ਸ਼ਾਇਦ ਆਪਾਂ ਲਾਸਟ ਟਾਈਮ ਅਪਡੇਟ ਕੀਤੀ ਸੀ ਕਿ ਸਟੂਡੈਂਟਸ, ਕਿਉਂਕਿ ਹੁਣ ਕੈਨੇਡਾ ਦੇ ਵਿੱਚ ਸਟੂਡੈਂਟ ਇੱਕ ਗਵਰਨਮੈਂਟ ਵਾਸਤੇ ਇੱਕ ਬੜੀ ਵੱਡੀ ਇੰਡਸਟਰੀ ਬਣੀ ਹੋਈ ਹੈ, ਐਸੈਟ ਨੇ ਜੀ। $22 ਬਿਲੀਅਨ ਤੋਂ ਉੱਪਰ ਦਾ ਪੈਸਾ ਕੈਨੇਡਾ ਦੇ ਵਿੱਚ ਸਟੂਡੈਂਟਸ ਲੈ ਕੇ ਆ ਰਹੇ ਆ ਜੀ। ਪਲੱਸ ਜਿਹੜੀ ਇੱਕ ਯੰਗ ਜਨਰੇਸ਼ਨ ਦੀ ਵਰਕਿੰਗ ਕ੍ਰੀਮ ਮਿਲ ਰਹੀ ਆ ਉਹ ਵੱਖਰੀ ਆ। ਹੁਣ ਇਸ ਵੇਲੇ ਮਾਰਚ 18 ਤੋਂ ਬਾਅਦ ਵੀਜ਼ੇ ਮਿਲ ਨਹੀਂ ਰਹੇ, ਸਟੂਡੈਂਟਸ ਕੈਨੇਡਾ ਆ ਨਹੀਂ ਰਹੇ, ਜਿਹੜੀ ਉਹ ਇੰਡਸਟਰੀ ਆ, ਕਾਲਜਸ ਆ, ਜਿਹੜੇ ਇੰਸਟੀਟਿਊਸ਼ਨਸ ਆ, ਉਹ ਸਾਰੇ ਇਸ ਵੇਲੇ ਸਟੂਡੈਂਟਸ ਦੀਆਂ ਸੀਟਾਂ ਖਾਲੀ ਜਾ ਸਕਦੀਆਂ ਸੀ। ਇਸ ਕਰਕੇ ਗਵਰਨਮੈਂਟ ਆਫ ਕੈਨੇਡਾ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਵੀ ਓਵਰਸੀਜ਼ ਤੋਂ ਸਟੂਡੈਂਟਸ ਕੈਨੇਡਾ ਨੂੰ ਅਪਲਾਈ ਕਰਨਾ ਚਾਹੁੰਦੇ ਆ ਉਹ ਰੁਕਣ ਨਾ, ਉਹ ਕਰੋ ਅਪਲਾਈ। ਜਦੋਂ ਉਹਨਾਂ ਦੀ ਐਪਲੀਕੇਸ਼ਨ ਆਨਲਾਈਨ ਸਬਮਿਟ ਹੋ ਜਾਂਦੀ ਆ, ਹੁਣ ਫਿੰਗਰਪ੍ਰਿੰਟ ਤਾਂ ਉਹਨਾਂ ਦੇ ਵੀ ਨਹੀਂ ਹੋ ਸਕਦੇ ਕਿਉਂਕਿ ਅੰਬੈਸੀ ਤੇ ਬੰਦ ਹੈ, ਮੈਡੀਕਲ ਵੀ ਨਹੀਂ ਹੋਏਗਾ। ਸੋ ਅੰਬੈਸੀ ਨੇ ਹੁਣ ਇਹਨੂੰ 2 ਸਟੈਪ ਪ੍ਰੋਸੈਸ ਬਣਾਤਾ ਕਿ ਫਰਸਟ ਸਟੈਪ ਦੇ ਉੱਤੇ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰੋ, ਜਿਹਦੇ ਵਿੱਚ ਤੁਹਾਡਾ ਆਈਲਟਸ, ਪਾਸਪੋਰਟ, ਪ੍ਰੂਫ ਆਫ ਫੰਡਸ ਪਲੱਸ ਤੁਹਾਡੀ ਕਾਲਜ ਤੋਂ ਇੱਥੋਂ ਜਿਹੜੀ ਐਡਮਿਸ਼ਨ ਲੈਟਰ ਹੈ ਉਹ ਸ਼ਾਮਲ ਹੋਵੇ। ਉਹ ਐਪਲੀਕੇਸ਼ਨ ਜਦੋਂ ਤੁਹਾਡੀ ਆਨਲਾਈਨ ਲੱਗ ਜਾਏਗੀ, ਉਹ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋਏਗੀ। ਜੇ ਆਫੀਸਰ ਸੈਟੀਸਫਾਈਡ ਆ ਕਿ ਯੂ ਮੀਟ ਆਲ ਦਾ ਰਿਕੁਆਇਰਮੈਂਟਸ ਆਫ ਦਾ ਪ੍ਰੋਗਰਾਮ, ਤੁਹਾਨੂੰ ਪਹਿਲਾਂ ਇੱਕ ਪ੍ਰੀ ਅਪਰੂਵਲ ਆ ਜਾਏਗੀ। ਅੱਛਾ ਜੀ। ਉਹ ਪ੍ਰੀ ਅਪਰੂਵਲ 'ਚ ਲਿਖਿਆ ਹੋਏਗਾ ਕਿ ਤੁਹਾਡੀ ਐਪਲੀਕੇਸ਼ਨ ਅਸੀਂ ਇਸ ਸਟੈਪ ਤੇ ਅਪਰੂਵ ਕਰ ਰਹੇ ਹਾਂ, ਯੂ ਮੀਟ ਦਾ ਰਿਕੁਆਇਰਮੈਂਟ, ਤੇ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋਏ ਕੈਨੇਡਾ ਦੇ ਵਿੱਚ ਪੜ੍ਹਾਈ ਸ਼ੁਰੂ ਕਰ ਸਕਦੇ ਆ। ਜਦੋਂ ਅੰਬੈਸੀਆਂ ਖੁੱਲਣਗੀਆਂ ਉਹ ਤੁਹਾਡੇ ਮੈਡੀਕਲ ਤੇ ਫਿੰਗਰਪ੍ਰਿੰਟ ਲੈ ਲੈਣਗੇ ਤੇ ਤੁਹਾਨੂੰ ਵੀਜ਼ਾ ਦੇ ਦਿੱਤਾ ਜਾਏਗਾ। ਜੇ ਤੁਹਾਡੇ ਮੈਡੀਕਲ ਤੇ ਫਿੰਗਰਪ੍ਰਿੰਟ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਈ ਤਾਂ ਤੁਹਾਨੂੰ ਵੀਜ਼ਾ ਮਿਲ ਜਾਏਗਾ। ਇਹਦੇ ਨਾਲ ਕੈਨੇਡਾ ਸਟੂਡੈਂਟਸ ਵਾਲਾ ਜਿਹੜਾ ਆਪਣਾ ਕੋਟਾ ਆ ਜਾਂ ਸਟੂਡੈਂਟਸ ਨੂੰ ਕੈਨੇਡਾ ਆਉਣ ਵਾਸਤੇ ਰਿਜ਼ਰਵ ਕਰਦਾ ਜਾ ਰਿਹਾ ਆ, ਤੇ ਇਹ ਸਟੂਡੈਂਟਸ ਲਈ ਵੀ ਫਾਇਦੇ ਵਾਲੀ ਗੱਲ ਹੈ। ਸਿਰਫ ਇਹ ਆ ਕਿ ਜਿਸ ਤਰ੍ਹਾਂ ਅਸੀਂ ਲਾਸਟ ਟਾਈਮ ਡਿਸਕਸ ਕੀਤਾ ਸੀ ਕਿ ਜੇ ਕੋਈ ਸਟੂਡੈਂਟ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੰਦਾ ਹੈ ਤੇ ਉਹਦੀ ਪੜ੍ਹਾਈ ਕਿਸੇ ਵਜ੍ਹਾ ਕਰਕੇ ਉਹ ਸਮੈਸਟਰ ਪਾਸ ਨਾ ਕਰ ਪਾਵੇ ਜਾਂ ਕੁਝ ਵੀ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਆ, ਤਾਂ ਹੋ ਸਕਦਾ ਕਿ ਉਹਨਾਂ ਨੂੰ ਸੈਕੰਡ ਸਟੈਪ ਤੇ ਜੇ ਆਫੀਸਰ ਨੇ ਕਿਹਾ ਕਿ ਤੁਸੀਂ ਪਹਿਲੇ ਸਮੈਸਟਰ ਦਾ ਸਾਨੂੰ ਰਿਜ਼ਲਟ ਦਿਓ, ਅਗਰ ਉਹ ਤੁਹਾਡੀ ਐਕੈਡੈਮਿਕ ਪਰਫਾਰਮੈਂਸ ਤੋਂ ਸੈਟੀਸਫਾਈਡ ਨਾ ਹੋਇਆ ਤਾਂ ਇਟ ਕੁਡ ਬੀ ਦਾ ਰੀਜ਼ਨ ਆਫ ਯੂਰ ਫਾਈਨਲ ਰਿਫਿਊਜ਼ਲ, ਜਿਹਦਾ ਇਹ ਇਵੈਂਟ ਹੋਏਗਾ ਕਿ ਤੁਹਾਡੇ ਪਹਿਲੇ ਪੈਸੇ ਕਾਲਜ ਨੂੰ ਦਿੱਤੇ ਹੋਏ ਰਿਫੰਡ ਨਹੀਂ ਹੋਣਗੇ। ਇਹ ਹੋ ਸਕਦਾ ਹੈ। ਇੱਕ ਹੋਰ ਦੱਸਿਓ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਟੂਡੈਂਟਸ ਵਾਸਤੇ ਉਹਨਾਂ ਨੇ ਸਕੀਮ ਇੱਕ ਵਧੀਆ ਕੱਢ ਦਿੱਤੀ, ਪਰ ਵੀਜ਼ਾ ਲੱਗ ਗਿਆ, ਉਹਨਾਂ ਦੀਆਂ ਕਲਾਸਿਸ ਇੱਥੇ ਇਨ ਪਰਸਨ ਵੀ ਸ਼ੁਰੂ ਹੋ ਗਈਆਂ। ਕਾਲਜ ਵਾਲੇ ਕਹਿੰਦੇ ਨੇ ਕਿ ਠੀਕ ਹੈ ਸਾਨੂੰ ਇਹ ਸਟੂਡੈਂਟ ਚਾਹੀਦੇ, ਉਹਨੇ ਫੀਸ ਭਰ ਦਿੱਤੀ, ਆਨਲਾਈਨ ਉਹਨੇ ਸਟੱਡੀ ਉੱਥੇ ਸ਼ੁਰੂ ਕਰ ਦਿੱਤੀ ਸੀ, ਪਰ ਇੱਥੇ ਆਉਣ ਦੇ ਰਸਤੇ ਦੇ ਵਿੱਚ ਜੇ ਕਾਲਜ ਇਹ ਵੀ ਉਹਨੂੰ ਲੈਟਰ ਦੇ ਰਿਹਾ ਕਿ ਇਹਦਾ ਆਉਣਾ ਇੱਥੇ ਲਾਜ਼ਮੀ ਹੈ, ਪਰ ਉਹਦੇ ਫਿੰਗਰਪ੍ਰਿੰਟ ਹੋਏ ਨਹੀਂ, ਕਿ ਉਹਨੂੰ ਵੀ ਨਹੀਂ ਆਉਣ ਦਿੱਤਾ ਜਾਏਗਾ? ਨਹੀਂ, ਉਹਨੂੰ ਵੀ ਨਹੀਂ ਆਉਣ ਦਿੱਤਾ ਜਾਏਗਾ ਕਿਉਂਕਿ ਐਸੀ ਐਗਜ਼ੈਂਪਸ਼ਨ ਹਜੇ ਗਵਰਨਮੈਂਟ ਨੇ ਕੁਝ ਕੀਤੀ ਹੀ ਨਹੀਂ ਆ, ਤੇ ਐਸੇ ਕੋਰਸਸ ਵੀ ਅਜੇ ਇਸ ਤਰ੍ਹਾਂ ਦੇ ਅਵੇਲੇਬਲ ਨਹੀਂ ਹੈ ਜਿੱਥੇ ਕਾਲਜ ਦੀ ਇਹ ਰਿਕੁਆਇਰਮੈਂਟ ਹੋ ਗਈ ਕਿ ਤੁਹਾਨੂੰ ਇਨ ਪਰਸਨ ਆਉਣਾ ਹੀ ਪਏਗਾ। ਅੱਛਾ, ਇਹਦੇ ਨਾਲ ਇੱਕ ਹੋਰ ਸਵਾਲ ਹੈ, ਹੁਣ ਉੱਥੇ ਜਦੋਂ ਆਪਾਂ ਦੇਖ ਰਹੇ ਹਾਂ ਕਿ ਸਾਰਾ ਕੁਝ ਬੰਦ ਹੈ, ਇਨਫੈਕਸ਼ਨ ਡੇ ਬਾਈ ਡੇ ਵੱਧ ਰਹੀ ਹੈ, ਪਰ ਉੱਥੇ ਆਈਲਟਸ ਵਾਲੇ ਜਿਹੜੇ ਇੰਸਟੀਟਿਊਸ਼ਨ ਨੇ ਉਹ ਵੀ ਬੰਦ ਪਏ ਹੈ। ਹੁਣ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਨੇ ਹੁਣ ਇਸ ਵਾਰੀ 10+2 ਕੀਤੀ ਹੈ, ਪਰ ਉਹ ਆਈਲਟਸ ਕਰ ਹੀ ਨਹੀਂ ਸਕੇ, ਪਰ ਉਹ ਅਪਲਾਈ ਕਰਨਾ ਚਾਹੁੰਦੇ ਆ। ਜੇ ਉਹ ਅਪਲਾਈ ਨਹੀਂ ਕਰਨਗੇ ਤਾਂ ਉਹਨਾਂ ਦਾ ਗੈਪ ਪੈ ਜਾਣਾ, ਅਗਲੀ ਵਾਰੀ ਜਦੋਂ ਅਪਲਾਈ ਕਰਨਗੇ ਤੇ ਗੈਪ ਦੁੱਖ ਦੇਊ, ਉਹ ਕੀ ਕਾਰਨ? ਵੈਸੇ ਹੁਣ ਆਈਲਟਸ ਦੇ ਜਿਹੜੇ ਸੈਂਟਰ ਆ ਉਹ ਇੰਡੀਆ ਦੇ ਵਿੱਚ ਵੀ ਖੁੱਲ ਚੁੱਕੇ ਆ ਜੀ, ਕੈਨੇਡਾ ਦੇ ਵਿੱਚ ਵੀ ਖੁੱਲ ਚੁੱਕੇ ਆ। ਸੋ ਆਈਡੀਪੀ ਤੇ ਬ੍ਰਿਟਿਸ਼ ਕਾਉਂਸਲ ਦੋ ਹੀ ਸੰਸਥਾਵਾਂ ਆ ਜਿਹੜਾ ਆਈਲਟਸ ਨੂੰ ਕੰਡਕਟ ਕਰਦੀਆਂ ਆ, ਉਹਨਾਂ ਦੇ ਸੈਂਟਰ ਓਪਨ ਨੇ। ਸੋ ਉਹ ਹੁਣ ਉੱਥੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਟੈਸਟ ਦੇ ਸਕਦੇ ਆ। ਸੋ ਉਹਨਾਂ ਓਪਨ ਹੋ ਚੁੱਕੇ ਆ, ਉਹਨਾਂ ਲਈ ਇੱਕ ਚੰਗੀ ਖਬਰ ਹੈ। ਚੰਗੀ ਖਬਰ ਹੈ। ਅੱਛਾ, ਹੁਣ ਮੈਨੂੰ ਇਹ ਦੱਸੋ, ਜਦੋਂ ਆਪਾਂ ਸਟੂਡੈਂਟ ਵਾਲੇ ਪਾਸੇ ਤੁਰ ਪਏ ਆ, ਬਹੁਤ ਸਾਰੇ ਸਟੂਡੈਂਟ ਨੇ, ਉਹਨਾਂ ਵਿੱਚ ਲੜਕੇ ਵੀ ਹੈ ਤੇ ਲੜਕੀਆਂ ਵੀ ਹੈ, ਉਹ ਕੈਨੇਡਾ ਵਿੱਚ ਆ ਜਾਂਦੇ ਆ ਤੇ ਇੱਥੇ ਆ ਕੇ 1 ਸਮੈਸਟਰ ਜਾਂ 2 ਸਮੈਸਟਰ ਜਾਂ ਆਉਣ ਸਾਰੀ ਕਹਿੰਦੇ ਨੇ ਕਿ ਆਪਾਂ ਆਪਣੇ ਸਪਾਊਸ ਨੂੰ ਬੁਲਾ ਲਈਏ। ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਲੜਕਾ ਜਾਂ ਲੜਕੀ ਇੱਥੇ ਸਟੱਡੀ ਪਰਮਿਟ ਤੇ ਆ ਜਾਂਦੇ, ਕਿੰਨੀ ਦੇਰ ਬਾਅਦ ਆਪਣੇ ਸਪਾਊਸ ਦਾ ਅਪਲਾਈ ਕਰ ਸਕਦੀ ਹੈ? ਸਭ ਤੋਂ ਪਹਿਲਾਂ ਇਹ ਦੱਸੋ ਜੀ। ਇਸ ਵਾਸਤੇ ਬੈਨੀਪਾਲ ਜੀ ਗਵਰਨਮੈਂਟ ਨੇ ਕੋਈ ਵੀ ਗਾਈਡਲਾਈਨ ਨਹੀਂ ਦਿੱਤੀ ਹੋਈ ਕਿ ਅਗਰ ਤੁਸੀਂ 1 ਸਮੈਸਟਰ ਕਰੋਗੇ ਤਾਂ ਹੀ ਲਾ ਸਕਦੇ ਹੋ, 1 ਸਾਲ ਕਰੋਗੇ ਤਾਂ ਹੀ ਲਾ ਸਕਦੇ ਹੋ। ਈਵਨ ਤੁਸੀਂ ਇੰਡੀਆ ਤੋਂ ਆਉਣ ਵੇਲੇ ਵੀ ਸਪਾਊਸ ਦੀ ਐਪਲੀਕੇਸ਼ਨ ਨਾਲ ਹੀ ਸਬਮਿਟ ਕਰਵਾ ਸਕਦੇ ਆ। ਅੱਛਾ, ਵੀਜ਼ਾ ਦੇਣਾ ਨਹੀਂ ਦੇਣਾ
ਉਹ ਆਫੀਸਰ ਦੀ ਮਰਜ਼ੀ ਆ। ਤੁਸੀਂ ਕੈਨੇਡਾ ਆ ਕੇ ਇੱਕ ਸਮੈਸਟਰ ਕਰਕੇ ਲਾਓ ਜਾਂ ਪਹਿਲਾਂ ਲਾਓ, ਇਹਦਾ ਕੋਈ ਫਰਕ ਨਹੀਂ ਪੈਂਦਾ। ਸਿਰਫ ਇਹ ਆ ਕਿ ਆਫੀਸਰ ਵਾਸਤੇ ਇਹ ਉਹਨਾਂ ਨੂੰ ਸਾਨੂੰ ਕਨਵਿੰਸ ਕਰਨਾ ਪੈਂਦਾ, ਯਕੀਨ ਦਿਵਾਉਣਾ ਪੈਂਦਾ ਕਿ ਮੈਂ ਉੱਥੇ ਜਾ ਕੇ ਪੜ੍ਹੂੰਗੀ ਜਾਂ ਪੜ੍ਹੂੰਗਾ। ਜੇ ਤੁਸੀਂ ਇੱਕ ਸਮੈਸਟਰ ਲਾ ਲੈਂਦੇ ਹੋ ਜਾਂ ਸਮੈਸਟਰ ਸ਼ੁਰੂ ਕਰ ਦਿੱਤਾ ਆ ਤਾਂ ਤੁਸੀਂ ਕਾਲਜ ਤੋਂ ਇੱਕ ਕਰੰਟ ਐਨਰੋਲਮੈਂਟ ਲੈਟਰ, ਅਗਰ ਤੁਹਾਨੂੰ ਉੱਥੇ ਅਟੈਂਡੈਂਸ ਦਾ ਪ੍ਰੂਫ ਵੀ ਮਿਲ ਸਕੇ ਜਿਹੜਾ ਇਹ ਸਾਬਤ ਕਰਦਾ ਹੋਵੇ ਕਿ ਤੁਸੀਂ ਪੜ੍ਹਾਈ ਸ਼ੁਰੂ ਕਰ ਦਿੱਤੀ ਆ, ਤਾਂ ਤੁਹਾਡੇ ਕੇਸ ਦੇ ਵਿੱਚ ਉਹ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ। ਇੱਕ ਹੋਰ ਦੱਸੋ, ਬਹੁਤ ਸਾਰੇ ਬੀਤੇ ਦਿਨਾਂ ਤੋਂ ਮੈਂ ਵੇਖ ਰਿਹਾ ਲਗਾਤਾਰ ਬਹੁਤ ਸਾਰੇ ਹਾਹਾਕਾਰ ਮੱਚੀ ਪਈ ਹੈ ਕਿ ਜੀ ਸਾਡੇ ਸਪਾਊਸ ਨੂੰ ਵੀਜ਼ਾ ਹੀ ਨਹੀਂ ਦਿੱਤਾ ਜਾ ਰਿਹਾ, ਰਿਫਿਊਜ਼ਲ ਰੇਟ ਬਹੁਤ ਹੋ ਗਿਆ। ਕਿ ਸੱਚਮੁੱਚ ਪਹਿਲਾਂ ਨਾਲੋਂ ਰਿਫਿਊਜ਼ਲ ਰੇਟ ਵਧਿਆ? ਜੇ ਵਧਿਆ ਤਾਂ ਕਾਰਨ ਦੱਸੋ, ਜੇ ਨਹੀਂ ਵਧਿਆ ਤਾਂ ਦੱਸੋ। ਰਿਫਿਊਜ਼ਲ ਰੇਟ ਬੈਨੀਪਾਲ ਜੀ ਵਾਕਈ ਵਧਿਆ ਆ, ਤੇ ਇਹ ਰਿਫਿਊਜ਼ਲ ਰੇਟ ਵਧਾਉਣ ਦੇ ਵਿੱਚ ਯੋਗਦਾਨ ਸਾਡਾ ਹੀ ਜ਼ਿਆਦਾ ਆ। ਉਹ ਕਿਵੇਂ? ਉਹ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਇਹ ਗੱਲ ਕਿਸੇ ਤੋਂ ਛੁਪੀ ਹੋਈ ਨਹੀਂ ਆ ਕਿ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਦੇ ਇਸ ਸਿਸਟਮ ਨੂੰ ਮਿਸ ਯੂਟੀਲਾਈਜ਼ ਕੀਤਾ, ਅਬਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਰੀਜ਼ਨ ਕੀ ਸੀਗਾ ਕਿ ਇੱਕ ਇੰਡੀਆ ਦੇ ਵਿੱਚ ਏਜੰਟ ਹੈਗਾ, ਉਹਨੂੰ ਜਾ ਕੇ ਕਹਿ ਦੇਣਾ ਕਿ ਤੁਸੀਂ ਸਾਡੇ ਮੁੰਡੇ ਵਾਸਤੇ ਕੁੜੀ ਦੇਖਿਓ ਜਿਹੜੀ ਆਈਲੈਂਡ ਦੇ 6-7 ਬੈਂਡ ਲੈ ਸਕਦੀ ਹੋਵੇ, ਕੁੜੀ ਵਾਸਤੇ ਮੁੰਡਾ ਦੇਖਿਓ ਜਾਂ ਜਿਹੜਾ ਲੈ ਸਕਦਾ ਹੋਵੇ, ਜਾਂ ਕਈ ਹੋਰ ਰੀਜ਼ਨ ਜਿਨ੍ਹਾਂ ਦੇ ਵਾਸਤੇ ਉਹਨਾਂ ਦੇ ਵਾਸਤੇ ਇਹ ਮੁਸ਼ਕਲ ਹੋ ਗਿਆ ਡਿਟੈਕਟ ਕਰਨਾ ਕਿ ਸੱਚਾ ਕਪਲ ਕਿਹੜਾ, ਝੂਠਾ ਕਪਲ ਕਿਹੜਾ। ਹੁਣ ਜੇ ਤਾਂ 100 ਦੇ ਵਿੱਚੋਂ 2-4 ਬੰਦੇ ਇਸ ਤਰ੍ਹਾਂ ਦੀ ਸ਼ੈਤਾਨੀ ਕਰ ਰਹੇ ਨੇ, ਉਹ ਤੇ ਨਿਕਲ ਜਾਂਦੇ ਆ। ਹੁਣ ਜੇ 100 ਦੇ ਵਿੱਚੋਂ 90 ਇਹੋ ਜਿਹਾ ਕੰਮ ਕਰਨ ਲੱਗ ਪੈਂਦੇ ਆ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਹਾਈਲਾਈਟ ਹੋ ਕੇ ਬਾਕੀਆਂ ਵਾਸਤੇ ਸਮੱਸਿਆ ਪਾਉਂਦੇ ਆ। 10 ਜੈਨੂਅਨ ਵੀ ਰਗੜੇ ਜਾਂਦੇ ਆ ਵਿੱਚ, ਰਗੜੇ ਜਾਂਦੇ ਆ। ਹੁਣ ਕੀ ਹੁੰਦਾ ਆ ਕਿ ਪਹਿਲਾਂ ਜਦੋਂ ਅਸੀਂ ਇਹ ਫਾਈਲ ਲਗਾਉਂਦੇ ਹੁੰਦੇ ਸੀਗੇ ਤਾਂ ਸਾਡੇ ਤੋਂ ਕਦੇ ਵੀ ਉਹ ਪ੍ਰੂਫ ਆਫ ਰਿਲੇਸ਼ਨਸ਼ਿਪ ਜਾਂ ਤੁਹਾਡੇ ਜੁਆਇੰਟ ਬੈਂਕ ਅਕਾਊਂਟਸ ਦੀ ਕਾਪੀ, ਇੰਨੇ ਡਾਕੂਮੈਂਟਸ ਨਹੀਂ ਸੀ ਡਿਮਾਂਡ ਕਰਦੇ। ਇਹ ਅੱਜ ਤੋਂ ਸਾਲ 1.5 ਸਾਲ ਪੁਰਾਣੀ ਗੱਲ ਕਹਿ ਸਕਦੇ ਹਾਂ। ਹੁਣ ਉਹ ਸਾਡੇ ਤੋਂ ਬਹੁਤ ਜ਼ਿਆਦਾ ਰਿਕੁਆਇਰਮੈਂਟ ਮੰਗਦੇ ਹੈਗੇ ਆ ਜਿਹੜੀਆਂ ਪੂਰੀਆਂ ਵੀ ਕਰਨੀਆਂ ਪੈਂਦੀਆਂ ਆ। ਜੋ ਫੋਰ ਐਗਜ਼ਾਮਪਲ ਅਗਰ ਸਾਡੇ ਕੋਲ ਕੋਈ ਕੁੜੀ ਆਉਂਦੀ ਆ ਜਾਂ ਮੁੰਡਾ ਆਉਂਦਾ ਕਿ ਸਾਡਾ ਸਪਾਊਸ ਇੰਡੀਆ ਦੇ ਵਿੱਚ ਹੈ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਹੈ, ਮੈਂ ਇੱਥੇ ਸਟੂਡੈਂਟ ਤੇ ਜਾਂ ਵਰਕ ਪਰਮਿਟ ਤੇ ਆ ਤੇ ਉਹਨੂੰ ਮੰਗਵਾਉਣਾ ਚਾਹੁੰਦੀ ਜਾਂ ਚਾਹੁੰਦਾ ਆ। ਹੁਣ ਸਾਡੇ ਬਦਲੇ ਹੋਏ ਸਿਨੈਰੀਓ ਦੇ ਵਿੱਚ ਕੁਐਸਚਨਸ ਹੁੰਦੇ ਆ ਕਿ ਤੁਹਾਡਾ ਵਿਆਹ ਕਦੋਂ ਹੋਇਆ? 1 ਅਗਸਤ। ਤੁਸੀਂ ਕੈਨੇਡਾ ਨਹੀਂ, ਤੁਹਾਡਾ ਵੀਜ਼ਾ ਕਦੋਂ ਲੱਗਾ? 1 ਅਗਸਤ। ਤੁਹਾਡਾ ਵਿਆਹ ਕਦੋਂ ਹੋਇਆ? 10 ਅਗਸਤ। ਤੁਸੀਂ ਕੈਨੇਡਾ ਕਦੋਂ ਆਏ ਹੋ? 20 ਅਗਸਤ। ਹੁਣ ਤੁਹਾਡੀ ਜ਼ਿੰਦਗੀ ਦੀ ਅਹਿਮ ਘਟਨਾ ਵਿਆਹ ਸਿਰਫ ਕੁਝ ਦਿਨਾਂ ਦੇ ਵਿੱਚ ਖਤਮ ਕਰਤੀ ਤੁਸੀਂ, ਉਹ ਵੀ ਵੀਜ਼ਾ ਲੱਗਣ ਤੋਂ ਬਾਅਦ। ਵੀਜ਼ਾ ਤੁਸੀਂ ਲਗਾਇਆ ਸਿੰਗਲ ਦੇ ਤੌਰ ਤੇ, ਵਿਆਹ ਤੁਸੀਂ ਕਰਵਾ ਕੇ ਕੈਨੇਡਾ ਆ ਗਏ ਹੋ। ਹੁਣ ਇਹ ਬੇਸ਼ੱਕ ਤੁਸੀਂ ਬਾਅਦ ਵਿੱਚ ਕੈਨੇਡਾ ਜਾ ਕੇ 1 ਸਮੈਸਟਰ ਲਗਾਓ, ਫਿਰ ਇੰਡੀਆ ਜਾ ਕੇ ਸਪਾਊਸ ਨੂੰ ਵਿਜ਼ਿਟ ਕਰ ਆਂਦਾ, ਫਿਰ ਵਾਪਸ ਆ ਗਏ, ਫਿਰ ਆ ਕੇ ਫਾਈਲ ਲਗਾਈ, ਤੁਸੀਂ ਜੋ ਮਰਜ਼ੀ ਹੁਣ ਕਰੀ ਜਾਓ, ਪਰ ਤੁਹਾਡੀਆਂ ਘਟਨਾਵਾਂ ਦੀ ਟਾਈਮ ਲਾਈਨ ਤਾਂ ਉਹੀ ਰਹਿ ਗਈ ਨਾ। ਬੁਨਿਆਦ ਕੱਚੀ ਲੱਗ ਰਹੀ ਹੈ। ਹਾਂ, ਉਹ ਟਾਈਮ ਲਾਈਨ ਤੇ ਉਹੀ ਰਹਿ ਗਈ ਨਾ। 1 ਅਗਸਤ ਨੂੰ ਵੀਜ਼ਾ, 10 ਅਗਸਤ ਨੂੰ ਵਿਆਹ, 20 ਅਗਸਤ ਨੂੰ ਤੁਸੀਂ ਕੈਨੇਡਾ। ਹੁਣ ਆਫੀਸਰ ਇਹ ਪੁੱਛਦੇ ਆ ਉੱਥੇ ਇੰਟਰਵਿਊ ਤੇ ਬੁਲਾ ਕੇ ਕਿ ਤੁਹਾਡੇ ਕਲਚਰ ਦੇ ਵਿੱਚ ਵਿਆਹ ਬੜੀ ਧੂਮਧਾਮ ਨਾਲ ਕੀਤੇ ਜਾਂਦੇ ਆ, ਬੜੇ ਸ਼ਾਨੋ ਸ਼ੌਕਤ ਨਾਲ ਕੀਤੇ ਜਾਂਦੇ ਆ, ਬੜੀਆਂ ਸੈਰੇਮਨੀਜ਼ ਕੀਤੀਆਂ ਜਾਂਦੀਆਂ ਆ। ਤੁਸੀਂ ਇੰਨੇ ਦਿਨਾਂ ਦੇ ਥੋੜੇ ਦਿਨਾਂ ਦੇ ਵਿੱਚ ਰੀਜ਼ਨ ਕੀ ਸੀ? ਦੇਖੋ, ਕਿਸੇ ਦਾ ਕੋਈ ਜੈਨੂਇਨ ਰੀਜ਼ਨ ਹੋ ਸਕਦਾ ਆ, ਹੋ ਸਕਦਾ ਆ ਕਿ ਤੁਹਾਨੂੰ ਕਿਸੇ ਵਜ੍ਹਾ ਕਰਕੇ ਬਹੁਤ ਜਲਦੀ ਆਪਣਾ ਜਿਹੜਾ ਵਿਆਹ ਕਰਨਾ ਪਿਆ। ਪਰ ਜੇ ਇਦਾਂ ਕਰਨਾ ਪਿਆ ਆ ਤਾਂ ਤੁਹਾਨੂੰ ਉਹ ਜਿਹੜੀਆਂ ਸਰਕਮਸਟੈਂਸਸ ਆ ਆਫੀਸਰ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ। ਅਗਰ ਕੋਈ ਐਵੀਡੈਂਸ ਦੇ ਸਕਦੇ ਹੋ, ਐਵੀਡੈਂਸ ਵੀ ਦੇਣਾ ਪਏਗਾ। ਅਦਰਵਾਈਜ਼ ਉਹ ਆਫੀਸਰ ਹੁਣ ਇੰਨੇ ਵੀ ਕੱਚੇ ਨਹੀਂ ਹੈਗੇ ਕਿ ਉਹ ਸਾਡੀਆਂ ਇਹਨਾਂ ਚੀਜ਼ਾਂ ਨੂੰ ਸਮਝ ਨਾ ਸਕਣ। ਰਿਫਿਊਜ਼ਲ ਦਾ ਵੱਡਾ ਕਾਰਨ ਜੈਨੂਇਨਨੈਸ ਵਿਆਹਾਂ ਦੀ ਨਾ ਹੋਣਾ ਆ। ਦੂਸਰੀ ਗੱਲ, ਕੁੜੀ ਦੀ ਉਮਰ ਆ ਹਜੇ 19-20 ਸਾਲ, ਮੁੰਡੇ ਦੀ ਉਮਰ ਆ 21-22 ਸਾਲ ਦੀ ਹੈ। ਜਦ ਕਿ ਕਾਨੂੰਨੀ ਤੌਰ ਤੇ ਤੁਸੀਂ ਸਹੀ ਹੋ, ਕੁੜੀ ਦੀ ਉਮਰ 18 ਚਾਹੀਦੀ ਹੈ, ਮੁੰਡੇ ਦੀ 21 ਚਾਹੀਦੀ ਆ। ਪਰ ਕਿੰਨੇ ਕੁ ਸਾਡੇ ਕਲਚਰ ਦੇ ਵਿੱਚ ਅੱਜ ਕੱਲ੍ਹ ਵਿਆਹ ਇੰਨੀ ਛੋਟੀ ਉਮਰਾਂ ਦੇ ਵਿੱਚ ਹੁੰਦੇ ਆ। ਇਹ ਚੀਜ਼ਾਂ ਮੈਂ ਗੱਲ ਕਰ ਰਿਹਾ ਅੱਜ ਦੀ। ਅੱਜ ਤੋਂ ਸਾਲ ਪਹਿਲਾਂ ਇਹੋ ਜਿਹੇ ਸਿਨੈਰੀਓ ਦੇ ਵਿੱਚ ਆਫੀਸਰ ਸ਼ੱਕ ਨਹੀਂ ਸੀ ਕਰਦੇ, ਹੁਣ ਕਰਦੇ ਆ। ਉਹਦਾ ਕਾਰਨ ਕੀ ਆ? ਇਹ 2 ਵਜ੍ਹਾ ਆ। ਜਿੱਥੇ ਤੁਹਾਡੇ ਕੰਪੈਲਿੰਗ ਰੀਜ਼ਨ ਆ, ਤੁਹਾਡੇ ਅਸਲੀ ਕਾਰਨ ਆ ਕਿ ਸਾਨੂੰ ਇਹਨਾਂ ਵਜ੍ਹਾ ਕਰਕੇ ਬਹੁਤ ਥੋੜੇ ਸਮੇਂ ਦੇ ਵਿੱਚ ਵਿਆਹ ਕਰਨਾ ਪਿਆ, ਉਹਨਾਂ ਨੂੰ ਸਮਝਾਓ, ਡਾਕੂਮੈਂਟਸ ਦਿਓ। ਉਹ ਤੁਹਾਡੇ ਨਾਲ ਈਰਖਾ ਨਫ਼ਰਤ ਨਹੀਂ ਕਰਦੇ। ਸਾਡੇ ਹੀ ਦਿੱਤੇ ਹੋਏ ਸਿਨੈਰੀਓ ਆ, ਸਾਡੇ ਹੀ ਦਿੱਤੇ ਹੋਏ ਕਾਰਨ ਆ ਕਿ ਰਿਫਿਊਜ਼ਲ ਰੇਟ ਵੱਧ ਗਿਆ ਆ। ਜਦੋਂ ਇੰਟਰਵਿਊ ਤੇ ਬੁਲਾਉਂਦੇ ਆ, ਚੀਜ਼ਾਂ ਦੇਖਦੇ ਆ, ਫਿਰ ਜਦੋਂ ਤੁਹਾਡੇ ਵਿਆਹ ਦੀਆਂ ਪਿਕਚਰ ਦੇਖਦੇ ਆ, ਤੁਸੀਂ ਹੈਗੇ ਤੁਸੀਂ ਕਿਸੇ ਫਗਵਾੜੇ ਦੇ ਆ, ਵਿਆਹ ਜਾ ਕੇ ਤੁਸੀਂ ਰੋਪੜ ਕੀਤਾ ਆ, ਉਹ ਕਹਿੰਦੇ ਕਿ ਲਿਆਓ ਜੀ ਦਿਖਾਓ ਤੁਸੀਂ ਇੱਥੇ ਤੁਹਾਡੇ ਕੀ ਸਰਕਮਸਟੈਂਸਸ ਸੀਗੇ, ਉੱਥੇ ਹੀ ਕਿਉਂ ਗਏ। ਉਹ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਐਕਸਪਲੇਨ ਕਰੋ ਤਾਂ ਉਹ ਤੁਹਾਡੀ ਗੱਲ ਸੁਣਦੇ ਆ, ਸਮਝਦੇ ਆ, ਐਕਸੈਪਟ ਕਰਦੇ ਆ। ਅੱਛਾ, ਹੁਣ ਦੱਸੋ ਜਿਹੜਾ ਤੁਸੀਂ ਕਹਿੰਦੇ ਹੋ ਐਕਸਪਲੇਨ ਕਰੋ, ਆਮ ਤੌਰ ਤੇ ਅਸੀਂ ਪੇਪਰ ਫਾਈਲ ਲਾਈ ਜਾਂ ਆਨਲਾਈਨ ਪੇਪਰ, ਹੁਣ ਤਾਂ ਆਨਲਾਈਨ ਹੀ ਲੱਗਦਾ, ਸਬਮਿਟ ਕੀਤੀ, ਪਰ ਉਹ ਸਾਨੂੰ ਇਹ ਸਾਰਾ ਕੁਝ ਚਿੱਠੀ ਪਾ ਕੇ ਪੁੱਛਦੇ ਆ ਜਾਂ ਫਿਰ ਸਾਨੂੰ ਇੱਕ ਆਪਣਾ ਫੈਸਲਾ ਜਾਂ ਡਿਸੀਜਨ ਹੀ ਸੁਣਾਉਂਦੇ ਆ ਜੀ? ਇਹ ਆਫੀਸਰ ਦੀ ਮਰਜ਼ੀ ਆ, ਇਹ ਉਹਦੀ ਡਿਸਕ੍ਰਿਸ਼ਨਰੀ ਪਾਵਰ ਆ। ਉਹ ਤੁਹਾਡੇ ਤੋਂ ਪੁੱਛੇ ਜਾਂ ਨਾ ਪੁੱਛੇ,
ਪਰ ਫਾਈਲ ਅਸੀਂ ਆਨਲਾਈਨ ਲਾਈਏ ਜਾਂ ਅਸੀਂ ਪੇਪਰ ਲਾਈਏ, ਸਾਡੇ ਕੋਲ ਹਮੇਸ਼ਾ ਹੀ ਆਪਸ਼ਨਸ ਆ। ਸਾਡੇ ਕੋਲ ਆਨਲਾਈਨ ਦੇ ਵਿੱਚ ਵੀ ਜਗ੍ਹਾ ਆ, ਅਸੀਂ ਉੱਥੇ ਆਪਣੀ ਐਕਸਪਲੇਨੇਸ਼ਨ ਤੇ ਸਪੋਰਟਿੰਗ ਡਾਕੂਮੈਂਟ ਲਗਾ ਸਕਦੇ ਹਾਂ। ਇਹ ਨਹੀਂ ਕਿ ਉੱਥੇ ਸਿਰਫ 4 ਬਟਨ ਆ ਤਾਂ 4 ਹੀ ਪੇਪਰ ਅਪਲੋਡ ਕਰ ਸਕਦੇ ਸੀ, ਸਾਡੇ ਕੋਲ 5ਵਾਂ ਹੈ ਨਹੀਂ ਸੀ। ਨਹੀਂ, ਸਾਰਾ ਕੁਝ ਅਵੇਲੇਬਲ ਆ, ਅਸੀਂ ਕਰ ਸਕਦੇ ਹਾਂ। ਸੋ ਐਕਸਪਲੇਨੇਸ਼ਨ ਤੇ ਸਪੋਰਟਿੰਗ ਡਾਕੂਮੈਂਟ ਹੋਣੇ ਚਾਹੀਦੇ ਆ ਜਿੱਥੇ ਤੁਹਾਨੂੰ ਆਪ ਨੂੰ ਲੱਗਦਾ ਹੋਵੇ ਕਿ ਯਾਰ ਆਹ ਕੁਝ ਹਾਲਾਤ ਸ਼ੱਕੀ ਹੋ ਸਕਦੇ ਆ। ਜੇ ਹੁਣ ਤੁਹਾਡਾ ਵਿਆਹ 5 ਸਾਲ ਪੁਰਾਣਾ, ਸਾਲ ਪੁਰਾਣਾ, ਤੁਹਾਡੀਆਂ ਏਜਸ ਵੀ ਠੀਕ ਹੈ, ਤੁਹਾਡੀਆਂ ਜੋ ਤੁਹਾਡੇ ਵਿਆਹ ਦੀਆਂ ਸੈਰੇਮਨੀਜ਼ ਹੋਈਆਂ ਉਹ ਵੀ ਅੱਛੀਆਂ ਹੋਈਆਂ ਆ, ਉਹਦੇ ਵਿੱਚ ਟਾਈਮ ਲਾਈਨ ਅੱਛੀ ਹੈਗੀ ਆ, ਉੱਥੇ ਆਫਿਸਰ ਸ਼ੱਕ ਨਹੀਂ ਕਰਦੇ ਕਿ ਉਹ ਹਰ ਇੱਕ ਨੂੰ ਰਿਫਿਊਜ਼ ਕਰਦੇ ਆ। ਨਹੀਂ, ਉਹ ਉੱਥੇ ਹੀ ਰਿਫਿਊਜ਼ ਕਰਦੇ ਆ ਜਿੱਥੇ ਉਹਨਾਂ ਨੂੰ ਕੋਈ ਐਸੀ ਸ਼ੱਕ ਸਸਪੀਸ਼ੀਅਸ ਗਰਾਊਂਡਸ ਮਿਲਦੀਆਂ ਆ। ਹਰ ਇੱਕ ਨੂੰ ਥੋੜ੍ਹਾ ਕਰਦੇ ਆ। ਅੱਛਾ, ਹੁਣ ਹੋਰ ਦੱਸੋ, ਮੰਨ ਲਓ ਕਿਸੇ ਵਿਅਕਤੀ ਨੂੰ ਰਿਫਿਊਜ਼ ਕਰ ਦਿੱਤਾ, ਉਹ ਲੜਕਾ ਹੈ ਭਾਵੇਂ ਲੜਕੀ ਹੈ, ਹੁਣ ਉਹਨਾਂ ਕੋਲ ਤਾਂ ਇੱਕ ਲੈਟਰ ਆ ਗਿਆ, ਉਹ ਪੀਤਾ ਇੱਕ ਫਾਰਮਾ ਜੇ ਫਿੱਟ ਕੀਤਾ ਹੈ, ਉਹਦੇ ਸਾਰੀਆਂ ਟਿਕ ਲਾ ਕੇ ਭੇਜ ਦਿੰਦੇ ਆ। ਹੁਣ ਉਹ ਬੰਦੇ ਬੜੇ ਇਸ ਵਕਤ ਨਿਰਾਸ਼ ਨੇ, ਹਤਾਸ਼ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕੀ ਕਰੀਏ। ਉਹ ਕਿਵੇਂ ਇਨਕੁਆਇਰੀ ਕਰਨ ਜਾਂ ਕਰਵਾਉਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸਲ ਵਜ੍ਹਾ ਕੀ ਸੀ, ਕਿਉਂ ਸਾਡੀ ਰਿਫਿਊਜ਼ਲ ਆਈ? ਬਿਲਕੁਲ, ਬਹੁਤ ਵਧੀਆ ਤੁਹਾਡਾ ਕੁਐਸਚਨ ਆ। ਦੇਖੋ, ਜਦੋਂ ਵੀ ਕਿਸੇ ਨੂੰ ਕੋਈ ਰਿਫਿਊਜ਼ਲ ਦਿੰਦੇ ਆ, ਚਾਹੇ ਵਿਜ਼ਟਰ ਨੂੰ, ਚਾਹੇ ਵਰਕਰ ਨੂੰ, ਕਿਸੇ ਵੀ ਬੰਦੇ ਨੂੰ ਜਦੋਂ ਰਿਫਿਊਜ਼ਲ ਦਿੰਦੇ ਆ ਤਾਂ ਐਮਬੈਸੀ ਦੇ ਕੋਲ ਉਹ ਪੇਪਰਾਂ ਦਾ ਇੱਕ ਟੈਂਪਲੇਟ ਬਣਿਆ ਹੋਇਆ, ਇੱਕ ਪੱਕਾ ਹੀ ਪਰਫਾਰਮਾ ਬਣਿਆ ਹੋਇਆ, ਉਹਨੇ ਉੱਤੇ ਟਿਕ ਲਗਾ ਕੇ ਤੁਹਾਨੂੰ ਦੇ ਦੇਣਾ। ਹੁਣ ਤੁਸੀਂ ਸੋਚੀ ਜਾਓ, ਹੁਣ ਲੋਕ ਆ ਕੇ ਕਹਿਣਗੇ ਭਾਜੀ ਸਾਨੂੰ ਇਹ ਰਿਫਿਊਜ਼ਲ ਲੈਟਰ ਦਿੱਤੀ ਆ। ਉਹਨਾਂ ਨੂੰ ਅਸੀਂ ਸਮਝਾਈਦਾ ਕਿ ਰਿਫਿਊਜ਼ਲ ਲੈਟਰ ਤੁਹਾਡੇ ਵਾਸਤੇ ਨਹੀਂ ਲਿਖੀ ਗਈ, ਕਿਸੇ ਆਫਿਸਰ ਨੇ 2 ਪੇਜ ਤੁਹਾਡੇ ਵਾਸਤੇ ਨਹੀਂ ਲਿਖੇ। ਇਹ ਬਣਿਆ ਹੋਇਆ ਫਾਰਮੈਟ ਆ ਜਿਹਦੇ ਤੇ ਤੁਹਾਡਾ ਨਾਮ, ਐਡਰੈਸ, ਫਾਈਲ ਨੰਬਰ ਤੇ ਡੇਟ ਪਾ ਕੇ ਉਹਨੇ ਤੁਹਾਨੂੰ ਦੇ ਦਿੱਤਾ। ਇਸ ਦੇ ਕਾਰਨਾਂ ਨੂੰ ਜਾਣਨ ਵਾਸਤੇ ਸਾਡੇ ਕੋਲ ਇਹ ਟਿਪ ਜਿਹਨੂੰ ਕਹਿੰਦੇ ਆ ਐਕਸੈਸ, ਜਿਹੜਾ ਸਾਡੇ ਕੋਲ ਰਾਈਟ ਹੈਗਾ ਐਕਸੈਸ ਟੂ ਇਨਫੋਰਮੇਸ਼ਨ ਦਾ, ਉਹਦੇ ਵਿੱਚ ਅਸੀਂ 4 to 6 ਵੀਕ ਦੇ ਵਿੱਚ ਸਾਰੇ ਰਿਫਿਊਜ਼ਲ ਦੇ ਨੋਟਸ ਜਾਂ ਲਗਾਏ ਹੋਏ ਡਾਕੂਮੈਂਟਸ ਦੀ ਕਾਪੀ ਮੰਗਵਾ ਸਕਦੇ ਹਾਂ ਕਿਸੇ ਵੀ ਕੈਨੇਡੀਅਨ ਐਮਬੈਸੀ ਤੋਂ। ਉਹਦੇ ਵਿੱਚ ਸਾਨੂੰ ਕਾਫੀ ਹੱਦ ਤੱਕ 99% ਆਫਿਸਰ ਦੇ ਨੋਟਸ ਪਤਾ ਲੱਗ ਜਾਂਦੇ ਆ ਕਿਹੜੇ ਰੀਜ਼ਨ ਕਰਕੇ ਉਹ ਸਾਨੂੰ ਰਿਫਿਊਜ਼ ਕਰ ਰਿਹਾ ਹੈ। ਪਰ ਉਹ ਮੰਗਵਾਉਣ ਦਾ ਟਾਈਮ ਫਰੇਮ ਹੈ ਜੀ? ਨਹੀਂ, ਉਹ ਭਾਵੇਂ ਤੁਸੀਂ 2 ਸਾਲ ਬਾਅਦ ਮੰਗਵਾ ਲਓ, ਮਹੀਨੇ ਬਾਅਦ ਮੰਗਵਾ ਲਓ, ਜਦੋਂ ਰਿਫਿਊਜ਼ਲ ਹੁੰਦਾ ਦੂਸਰੇ ਦਿਨ ਬੇਸ਼ੱਕ ਐਪਲੀਕੇਸ਼ਨ ਲਗਾ ਲਓ। ਇਹ ਤਾਂ ਨਹੀਂ ਹੈ ਮੰਨ ਲਓ ਕਿ ਮੈਨੂੰ ਅੱਜ ਰਿਫਿਊਜ਼ ਕਰ ਦਿੱਤਾ, ਕੋਈ ਟਾਈਮ ਲਾਈਨ ਵੀ ਹੁੰਦੀ ਹੈ ਕਿ 30 ਦਿਨ ਦੇ ਅੰਦਰ, 90 ਦਿਨ ਦੇ ਅੰਦਰ, 60 ਦਿਨ ਦੇ ਅੰਦਰ ਹੀ ਤੁਸੀਂ ਕੋਈ ਅਪੀਲ ਦਲੀਲ ਕਰ ਸਕਦੇ ਹੋ? ਆ 2 ਸਾਲ ਬਾਅਦ ਕੋਈ ਲੈਣਾ ਦੇਣਾ ਨਹੀਂ। ਨਹੀਂ, ਅਪੀਲ ਵਾਲਾ ਦੇਖੋ, ਅਪੀਲ ਵਾਲੇ ਚੀਜ਼ਾਂ ਵੱਖਰੀਆਂ ਆ। ਅਪੀਲ ਜਿਹੜੀ ਆ ਵਿਜ਼ਟਰ ਵੀਜ਼ਾ ਮੇਰਾ ਮਕਸਦ ਕਹਿਣ ਦਾ ਕਿ ਜੇ ਰਿਫਿਊਜ਼ ਕਰ ਦਿੱਤਾ ਤਾਂ ਟਾਈਮ ਫਰੇਮ ਕੋਈ ਨਹੀਂ। ਉਹਦੇ ਵਿੱਚ ਅਪੀਲ ਨਹੀਂ ਆ। ਅਗਰ ਅਸੀਂ ਕਾਰਨ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਉਹਦਾ ਕਾਰਨ ਮੰਗਵਾਉਣ ਦਾ ਕੋਈ ਟਾਈਮ ਫਰੇਮ ਨਹੀਂ ਆ, ਤੁਸੀਂ ਜਦੋਂ ਮਰਜ਼ੀ ਮੰਗਵਾ ਸਕਦੇ ਹੋ। ਪਰ ਹੁਣ ਜੇ ਦੁਬਾਰਾ ਕਿਸੇ ਨੇ ਫੇਰ ਫਾਈਲ ਲਾਉਣੀ ਹੋਵੇ ਕਿ ਉਸੇ ਫਾਈਲ ਦੇ ਵਿੱਚ ਕੁਝ ਨਵੇਂ ਐਵੀਡੈਂਸ, ਕੁਝ ਨਵੇਂ ਸਬੂਤ ਦਿੱਤੇ ਜਾ ਸਕਦੇ ਆ ਜਾਂ ਨਵੇਂ ਸਿਰੋਂ ਫਾਈਲ ਕਰਨੀ ਪੈਂਦੀ ਹੈ? ਨਹੀਂ, ਫਾਈਲ ਨਵੀਂ ਹੀ ਲੱਗੇਗੀ, ਫੀਸ ਨਵੀਂ ਲੱਗੇਗੀ, ਫਾਈਲ ਨੰਬਰ ਨਵਾਂ ਹੀ ਮਿਲੇਗਾ। ਪਰ ਦੇਖਣਾ ਆਪਾਂ ਇਹ ਆ ਕਿ ਜੋ ਅਸੀਂ ਪਹਿਲਾਂ ਡਾਕੂਮੈਂਟਸ ਤੇ ਜਾਣਕਾਰੀ ਦਿੱਤੀ ਆ, ਜੇ ਉਹੀ ਚੱਕ ਕੇ ਦੁਬਾਰਾ ਆਫਿਸਰ ਨੂੰ ਸਿੱਟ ਦਿੱਤੀ ਆ ਦੁਬਾਰਾ ਕਿ ਲਓ ਜੀ ਇਹਨੂੰ ਫੇਰ ਦੁਬਾਰਾ ਦੇਖੋ, ਉਹ ਤਾਂ ਉਹਨੇ ਪਹਿਲਾਂ ਹੀ ਦੇਖ ਲੈ। ਹੁਣ ਤੁਸੀਂ ਉਹਦੇ ਲਗਾਏ ਹੋਏ ਕਾਰਨਾਂ ਨੂੰ ਜਾਣੋ, ਕਾਹਲੀ ਨਾ ਕਰੋ ਕਿ ਛੇਤੀ ਕਰ ਦਈਏ। ਪਹਿਲਾਂ ਉਹਦੇ ਲਗਾਏ ਹੋਏ ਕਾਰਨਾਂ ਨੂੰ ਜਾਣੋ, ਕਾਰਨਾਂ ਨੂੰ ਜਾਣ ਤੋਂ ਬਾਅਦ ਫਿਰ ਤੁਸੀਂ ਆਪਣੀ ਐਕਸਪਲੇਨੇਸ਼ਨ, ਜੋ ਉਹਦੇ ਡਾਊਟਸ ਆ ਉਹਦੇ ਬਾਰੇ ਐਕਸਪਲੇਨ ਕਰੋ, ਵਿਦ ਨਿਊ ਐਵੀਡੈਂਸ ਲਗਾਓ ਜਾਂ ਉਸੇ ਐਵੀਡੈਂਸ ਨੂੰ ਦੱਸੋ ਕਿ ਤੁਸੀਂ ਅਗਰ ਉਹ ਕੋਈ ਚੀਜ਼ਾਂ ਓਵਰਲੁੱਕ ਕੀਤੀਆਂ, ਧਿਆਨ 'ਚ ਨਹੀਂ ਤੁਹਾਡੇ ਆਈਆਂ, ਇਹ ਅਸੀਂ ਅਟੈਚ ਕੀਤੀਆਂ ਹੋਈਆਂ ਆ, ਤੇ ਉਹ ਉਹਨੂੰ ਰੀਕਨਸੀਡਰ ਡੈਫੀਨੇਟਲੀ ਕਰ ਲੈਂਦੇ ਨੇ। ਅੱਛਾ, ਇੱਕ ਹੁਣ ਹੋਰ ਦੱਸੋ, ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਬੈਠੇ ਆ, ਉਹਨਾਂ ਨੂੰ ਇਸ ਜਦੋਂ ਨਵੇਂ ਸਾਲ 2020 ਦੇ ਵਿੱਚ ਬਹੁਤ ਆਸ ਸੀ ਕਿ ਫੈਮਿਲੀ ਰੀਯੂਨੀਫਿਕੇਸ਼ਨ ਹੋਏਗੀ। ਕੋਈ ਕੈਨੇਡਾ ਇੱਕ ਇਸ ਤਰ੍ਹਾਂ ਦਾ ਮੁਲਕ ਹੈ ਜਿਹੜਾ ਪਰਿਵਾਰਾਂ ਦੀ ਅਹਿਮੀਅਤ ਨੂੰ ਬਹੁਤ ਸਮਝਦਾ। ਬਿਲਕੁਲ। ਪਰ ਉਹ ਪਹਿਲਾਂ ਤਾਂ ਇਹ ਹੋਇਆ ਕਿ ਪਿਛਲਾ ਸੀ ਕਾਨੂੰਨ ਸਾਨੂੰ ਠੀਕ ਨਹੀਂ ਲੱਗਿਆ ਜੀ, ਇਸ ਵਾਰੀ ਨਵਾਂ ਕਾਨੂੰਨ ਲਿਆਵਾਂਗੇ। ਹਜੇ ਸਰਕਾਰ ਕੁਝ ਸੋਚ ਵਿਚਾਰੀ ਕਰ ਰਹੀ ਸੀ, ਆ ਮਹਾਮਾਰੀ ਪੈਂਡੈਮਿਕ ਕੋਵਿਡ ਆ ਗਈ। ਹਾਲ ਦੀ ਘੜੀ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਬੱਚੇ ਜਾਂ ਬੱਚੀਆਂ ਇੱਧਰ ਤੜਫੀ ਜਾਂਦੇ ਨੇ, ਮਾਪੇ ਉੱਧਰ ਬੈਠੇ ਹੈ, ਉਹਨਾਂ ਵਾਸਤੇ ਕੋਈ ਹਾਲ ਹੀਲਾ ਹੈ ਜਾਂ ਹਲੇ ਉਡੀਕ ਹੀ ਹੈ ਜੀ? ਦੇਖੋ, ਫੈਮਿਲੀ ਰੀਯੂਨੀਫਿਕੇਸ਼ਨ ਪੇਰੈਂਟਸ ਨੂੰ ਮੰਗਾਉਣ ਦਾ ਪ੍ਰੋਗਰਾਮ ਲਾਸਟ ਈਅਰ ਦੇ ਵਿੱਚ ਜਨਵਰੀ 28 ਨੂੰ ਓਪਨ ਹੋਇਆ ਸੀ, ਜਿਹਦੇ ਵਿੱਚ ਗਵਰਨਮੈਂਟ ਨੇ 27,000 ਐਪਲੀਕੇਸ਼ਨਾਂ ਵਾਸਤੇ ਪ੍ਰੋਗਰਾਮ ਓਪਨ ਕੀਤਾ ਸੀ। ਪਹਿਲੇ 8 ਮਿੰਟ ਦੇ ਵਿੱਚ ਉਹ ਐਪਲੀਕੇਸ਼ਨਸ ਪੂਰੀਆਂ ਹੋ ਗਈਆਂ ਸੀ। 1 ਸਵਾ ਲੱਖ ਜਿਹੜੇ ਬੱਚੇ ਪੇਰੈਂਟਸ ਦੇ ਵਾਸਤੇ ਮੰਗਾਉਣਾ ਚਾਹੁੰਦੇ ਆ, ਉਹ ਸਿਸਟਮ 'ਚ ਉਹਨਾਂ ਦੀ ਵਾਰੀ ਨਹੀਂ ਆ ਸਕੀ। ਇਸ ਵਾਰ April 1 ਨੂੰ ਗਵਰਨਮੈਂਟ ਕਹਿੰਦੀ ਸੀ ਕਿ ਅਸੀਂ ਅਨਾਊਂਸਮੈਂਟ ਕਰਾਂਗੇ, ਪਰ ਇਸ ਕਰੋਨਾ ਪੈਂਡੈਮਿਕ ਕਰਕੇ ਉਹ ਪ੍ਰੋਗਰਾਮ ਡਿਲੇ ਹੋ ਗਿਆ ਆ। ਅਜੇ ਉਹਦੀ ਕੋਈ ਵੀ ਨਿਊਜ਼ ਨਹੀਂ ਆਈ ਕਿ ਉਹਨੇ ਇਸ ਸਾਲ ਜਾਂ ਕਦੋਂ ਓਪਨ ਕਰਨਾ ਹੈ। ਸੋ ਉਹ ਵੇਟ ਹੀ ਹੈ ਉਹਦੇ ਵਾਸਤੇ। ਅੱਛਾ ਜਸਵੀਰ ਸਿੰਘ ਜੀ, ਹੁਣ ਸਭ ਤੋਂ ਲੋਕਾਂ ਦੇ ਵਿੱਚ ਜਿਹੜੀ ਹੌਟ ਟੌਪਿਕ ਹੈ, ਜਾਂ ਤਾਂ ਉਹ ਸਟੂਡੈਂਟ ਨੇ ਜਾਂ ਫਿਰ ਲੋਕ ਵਿਜ਼ਟਰ ਨੇ, ਇਹਦੇ ਤੋਂ ਬਾਅਦ ਮੈਨੂੰ ਜਿਹੜਾ ਲੱਗਦਾ ਉਹ ਵਰਕ ਪਰਮਿਟ ਨੇ।
ਆਪਾਂ ਕੋਸ਼ਿਸ਼ ਕਰਨੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਰਕ ਪਰਮਿਟ ਹੋਲਡਰ ਕਿਵੇਂ ਆ ਸਕਦੇ ਨੇ, ਉਹਨਾਂ ਵਾਸਤੇ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਬਹੁਤ ਅਹਿਮ ਨੇ, ਉਹ ਜਾਣਕਾਰੀ ਆਪਾਂ ਇੱਕ ਇੱਕ ਕਰਕੇ ਦਿਆਂਗੇ। ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਭਾਵੇਂ ਕਿਸੇ ਨੇ ਵਰਕ ਪਰਮਿਟ ਦੇ ਤੌਰ ਤੇ ਆਉਣਾ, ਭਾਵੇਂ ਕਿਸੇ ਨੇ ਸਟੂਡੈਂਟ ਦੇ ਤੌਰ ਤੇ ਆਉਣਾ, ਭਾਵੇਂ ਕਿਸੇ ਨੇ ਵਿਜ਼ਟਰ ਵੀਜ਼ਾ ਅਪਲਾਈ ਕਰਨਾ, ਉਹ ਟਿਪਸ ਦਿਓ ਜਿਹੜੇ ਸਾਰਿਆਂ ਵਾਸਤੇ ਸਾਂਝੀ ਆ। ਦੇਖੋ, ਅਗਰ ਕਿਸੇ ਨੇ ਸਟੂਡੈਂਟ ਤੇ ਵਰਕ ਪਰਮਿਟ ਦੇ ਤੌਰ ਤੇ ਆਉਣਾ ਜੀ, ਇਹਨਾਂ ਦੀਆਂ ਕੁਝ ਚੀਜ਼ਾਂ ਕਾਮਨ ਨੇ। ਉਹ ਕਿਹੜੀਆਂ ਜੀ? ਠੀਕ ਹੈ, ਅਗਰ ਕਿਸੇ ਨੇ ਸਟੂਡੈਂਟ ਜਾਂ ਵਰਕ ਪਰਮਿਟ ਤੇ ਆਉਣਾ ਤਾਂ ਉਹਦੇ ਵਿੱਚ ਇੱਕ ਜਨਰਲ ਆਈਲਟ ਜਾਂ ਐਕੈਡੈਮਿਕ ਆਈਲਟ, ਸਟੂਡੈਂਟਸ ਲਈ ਐਕੈਡੈਮਿਕ ਤੇ ਵਰਕ ਪਰਮਿਟ ਵਾਸਤੇ ਜਨਰਲ ਆਈਲਟਸ ਦਾ ਲਾਜ਼ਮੀ ਆ। ਅਗਰ ਕਿਸੇ ਕੈਟਾਗਰੀ ਦੀ ਵਰਕ ਪਰਮਿਟ 'ਚੋਂ ਕਹਿੰਦੇ ਆ ਕਿ ਰਿਕੁਆਇਰਮੈਂਟ ਨਹੀਂ ਵੀ ਹੈਗੀ, ਕੋਈ ਖੇਤੀਬਾੜੀ ਵਾਲਾ ਜਾਂ ਕੋਈ ਲੇਬਰ ਕਲਾਸ ਹੈ, ਫਿਰ ਵੀ ਵੀਜ਼ਾ ਆਫਿਸਰ ਇਹ ਡਿਸਕ੍ਰਿਸ਼ਨਰੀ ਬੇਸਿਸ ਤੇ ਐਕਸਪੈਕਟ ਕਰਦਾ ਆ ਕਿ ਤੁਹਾਨੂੰ ਫੰਕਸ਼ਨਲ ਨੌਲੇਜ ਆਫ ਇੰਗਲਿਸ਼ ਹੋਵੇ। ਅਗਰ ਕਿਸੇ ਜਗ੍ਹਾ ਤੇ ਤੁਸੀਂ ਕੰਮ ਕਰ ਰਹੇ ਹੋ, ਉੱਥੇ ਕੋਈ ਐਂਬੂਲੈਂਸ ਹੁੰਦਾ ਜਾਂ ਕੋਈ ਐਮਰਜੈਂਸੀ ਤੁਹਾਨੂੰ ਅਨਾਉਂਸਮੈਂਟ ਹੁੰਦੀ ਆ ਕਿ ਇਵੈਕੂਏਟ ਦਾ ਪਲੇਸ, ਤੇ ਅਸੀਂ ਦੂਜਿਆਂ ਨੂੰ ਦੇਖ ਕੇ ਹੀ ਦੌੜਦੇ ਆ, ਸਾਨੂੰ ਆਪ ਸਮਝ ਕੁਝ ਨਹੀਂ ਲੱਗਾ। ਆਫਿਸਰ ਮਹਿਸੂਸ ਕਰਦੇ ਆ ਕਿ ਜਿਸ ਕੰਟਰੀ ਚੱਲੇ ਹੋ ਉਸ ਕੰਟਰੀ ਦੀ ਥੋੜੀ ਬਹੁਤੀ ਬੋਲੀ ਦਾ ਤਾਂ ਗਿਆਨ ਹੋਵੇ ਤੁਹਾਨੂੰ, ਕੋਈ ਕਹੇ ਨਾ ਕਹੇ ਥੋੜਾ ਬਹੁਤਾ ਆਈਲਟ ਦਾ ਹੋਣਾ ਲਾਜ਼ਮੀ ਆ ਵਰਕ ਪਰਮਿਟ ਵਾਸਤੇ, ਬੇਸ਼ੱਕ ਕੈਟਾਗਰੀ ਬੇਸਿਕ ਵੀ ਹੋਵੇ ਜੀ। ਸਟੂਡੈਂਟਸ ਵਾਸਤੇ ਤਾਂ ਇਹ ਮਸਟ ਹੀ ਆ ਕਿ ਉਹਦੇ ਕੋਲ 6 ਬੈਂਡ ਆਈਲਟਸ ਦੇ ਐਕੈਡੈਮਿਕ ਦੇ ਵਿੱਚ ਜ਼ਰੂਰ ਹੋਣ ਤਾਂ ਬੈਟਰ ਆ। ਦੂਸਰਾ, ਸਟੂਡੈਂਟ ਵਾਸਤੇ ਉਹਦੀ ਐਕੈਡੈਮਿਕ ਪਰਫਾਰਮੈਂਸ ਜੋ ਗ੍ਰੇਡ 12 ਕਰਕੇ ਆ ਰਿਹਾ, ਉਹਦੇ ਮਾਰਕਸ ਕੋਸ਼ਿਸ਼ ਹੋਣ ਕਿ 70% ਤੋਂ ਉੱਪਰ ਹੋਣ, ਉਹਦੀ ਪਰਫਾਰਮੈਂਸ ਵਧੀਆ ਹੋਵੇ। ਤੇ ਉਹਨਾਂ ਦੇ ਵਾਸਤੇ ਸਟੂਡੈਂਟਸ ਲਈ ਇੱਕ ਫੰਡਸ ਦੀ ਰਿਕੁਆਇਰਮੈਂਟ ਹੈ, ਉਹਨਾਂ ਦੇ ਪੇਰੈਂਟਸ ਆਪਣੀਆਂ ਬੈਂਕ ਬੈਲੈਂਸ ਮੇਨਟੇਨ ਕਰਕੇ ਰੱਖਣ ਅਕੋਰਡਿੰਗ ਟੂ ਦਾ ਕਾਸਟ ਆਫ ਸਟੱਡੀ। ਤੇ ਵਰਕਰ ਵਾਸਤੇ ਉਹਨਾਂ ਦੇ ਕੋਲ ਲੋੜੀਂਦੀ ਐਜੂਕੇਸ਼ਨ ਤੇ ਲੋੜੀਂਦਾ ਉਸ ਕੈਟਾਗਰੀ ਦੇ ਮੁਤਾਬਕ ਵਰਕ ਐਕਸਪੀਰੀਅੰਸ। ਤੇ ਅਗਰ ਕਿਸੇ ਵਰਕਰ ਨੂੰ ਇਹ ਰਿਕੁਆਇਰਮੈਂਟ ਹੈ ਕਿ ਕਿਸੇ ਨੇ ਵੈਲਡਰ ਜਾਣਾ ਤਾਂ ਉਹਦੇ ਕੋਲ ਵੈਲਡਰ ਦੀ ਕੋਈ ਸਰਟੀਫਿਕੇਸ਼ਨ, ਇਲੈਕਟ੍ਰੀਸ਼ੀਅਨ ਜਾਣਾ ਉਹਦੇ ਕੋਲ ਇਲੈਕਟ੍ਰੀਸ਼ੀਅਨ ਦੀ ਕੋਈ ਸਟੱਡੀ ਕਿ ਉਹ ਚੀਜ਼ ਲਈ ਬਣਿਆ ਕਿਵੇਂ, ਤਿਆਰ ਕਿਵੇਂ ਹੋਇਆ, ਤੇ ਨਾਲ ਲੋੜੀਂਦਾ ਐਕਸਪੀਰੀਅੰਸ ਹੋਵੇ। ਸੋ ਇਹ ਕੁਝ ਗੱਲਾਂ ਇਹਨਾਂ ਦੋਨਾਂ ਵਾਸਤੇ ਕਾਮਨ ਨੇ। ਵਿਜ਼ਟਰ ਵਾਸਤੇ ਇੱਕ ਚੀਜ਼ ਕਾਮਨ ਹੁੰਦੀ ਆ ਕਿ ਜਿਹੜੀ ਲਾਜ਼ਮੀ ਆ ਕਿ ਉਹਨਾਂ ਨੇ ਆਫਿਸਰ ਨੂੰ ਇਹ ਮਹਿਸੂਸ ਕਰਵਾਉਣਾ, ਕਨਵਿੰਸ ਕਰਨਾ ਕਿ ਉਹ ਕੈਨੇਡਾ ਤੋਂ ਵਾਪਸ ਕਿਉਂ ਆਏਗਾ। ਕੈਨੇਡਾ ਜਾਣਾ ਆ, ਇਹ ਤੇ ਲਿਖਿਆ ਆ ਕਿ ਰਿਸ਼ਤੇਦਾਰ ਦਾ ਵਿਆਹ ਆ, ਕਿਸੇ ਦੀ ਬਰਥਡੇ ਪਾਰਟੀ ਆ, ਇਹੀ ਰੀਜ਼ਨ ਹੁੰਦੇ ਆ, ਅਸੀਂ ਵੀ ਇਹੀ ਡੈਕਲੇਰੇਸ਼ਨ ਇੱਥੇ ਬਣਾਉਂਦੇ ਆ। ਪਰ ਮੇਜਰ ਗੱਲ ਇਹ ਆ ਕਿ ਤੁਸੀਂ ਵਾਪਸ ਕਿਉਂ ਆਓਗੇ ਕੈਨੇਡਾ ਤੋਂ, ਉਹ ਰੀਜ਼ਨ ਦੇਣੇ ਪੈਣਗੇ ਜਿਹੜੇ ਹੋ ਸਕਦੇ ਆ ਕਿ ਟਾਈਜ਼ ਟੂ ਯੋਰ ਹੋਮ ਕੰਟਰੀ ਮੀਨਸ ਕਿ ਮੇਰਾ ਇੰਡੀਆ ਦੇ ਵਿੱਚ ਬਿਜ਼ਨਸ ਹੈ, ਜੌਬ ਆ, ਜਾਂ ਮੇਰਾ ਕੋਈ ਕਾਰੋਬਾਰ ਐਸਾ ਆ, ਮੇਰੇ ਫੈਮਿਲੀ ਇੱਥੇ ਆ ਜਿਹਦੇ ਕਰਕੇ ਮੈਂ ਵਾਪਸ ਆ ਜਾਊਂਗਾ। ਇਹ ਰੀਜ਼ਨ ਦੀ ਲਿਸਟ ਜਿਹੜੀ ਆ ਇਹਨਾਂ ਨੂੰ ਕਨਵਿੰਸ ਕਰਨ ਦੀ ਬੜੀ ਲੰਬੀ ਆ, ਤੇ ਇਹਦੇ ਵਿੱਚ ਆਫਿਸਰ ਦੇ ਕੋਲ ਬੜੀਆਂ ਡਿਸਕ੍ਰਿਸ਼ਨਰੀ ਪਾਵਰ ਆ। ਕਈਆਂ ਦੇ ਕੋਲ 20 ਲੱਖ ਰੁਪਈਆ, 50 ਲੱਖ ਰੁਪਈਆ ਅਕਾਊਂਟ 'ਚ ਹੁੰਦਾ, ਉਹ ਕਹਿੰਦੇ ਆ ਤੁਹਾਡੇ ਕੋਲ ਫੰਡਸ ਹੈ ਨਹੀਂ। ਕਈਆਂ ਦੇ ਲੱਖ ਰੁਪਈਆ ਸਾਡੇ ਵਰਗੇ ਦੇ ਅਕਾਊਂਟ 'ਚ ਹੁੰਦਾ ਤੇ ਉਹ ਕਹਿੰਦੇ ਚੱਕ ਵੀਜ਼ਾ। ਇਹ ਕਾਫੀ ਕਈ ਚੀਜ਼ਾਂ ਹੁੰਦੀਆਂ ਆ, ਇਹਦੇ ਵੱਖਰੇ ਰੀਜ਼ਨ ਹੈਗੇ ਆ। ਪਰ ਇਹ ਆ ਕਿ ਤੁਸੀਂ ਕੋਈ ਗਲਤ ਡਾਕੂਮੈਂਟ ਨਾ ਲਗਾਓ, ਚਾਹੇ ਵਿਜ਼ਟਰ ਹੋ, ਵਰਕਰ ਹੋ, ਚਾਹੇ ਸਟੂਡੈਂਟ ਹੋ, ਕੋਈ ਵੀ ਗਲਤ ਡਾਕੂਮੈਂਟ ਨਾ ਲਗਾਓ, ਕੋਈ ਗਲਤ ਜਾਣਕਾਰੀ ਨਾ ਦਿਓ ਤਾਂ ਕਿ ਤੁਹਾਡੇ 5-5 ਸਾਲ ਦੇ ਬੈਨ ਨਾ ਲੱਗਣ। ਰਿਫਿਊਜ਼ਲ ਦਾ ਹੱਲ ਹੈ, ਰਿਫਿਊਜ਼ਲ ਹੋ ਜਾਣਾ ਡਜ਼ ਨੋਟ ਮੀਨ ਕਿ ਕੈਨੇਡਾ ਦਾ ਅੰਤ ਹੋ ਗਿਆ, ਹੁਣ ਅਸੀਂ ਜਾ ਨਹੀਂ ਸਕਦੇ। ਰਿਫਿਊਜ਼ਲ ਦਾ ਹੱਲ ਹੈ, ਪਰ ਬੈਨ ਦਾ ਜਿਹੜਾ ਹੱਲ ਹੈ ਉਹ 5 ਸਾਲ ਤੋਂ ਘੱਟ ਪਹਿਲਾਂ ਹੈ ਨਹੀਂ, ਤੇ ਆਉਣ ਵਾਲੇ ਸਮੇਂ ਲਈ ਵੀ ਉਹ ਸਾਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ। ਸੋ ਜਸਵੀਰ ਸਿੰਘ ਜੀ, ਤੁਸੀਂ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ। ਕਾ ਮੈਨੂੰ ਦੱਸਿਓ, ਬਹੁਤ ਸਾਰੇ ਲੋਕ ਲਟਾਈ ਕਰਾਉਂਦੇ ਆ, ਤੁਹਾਡੇ ਤੋਂ ਕਈ ਵਾਰੀ ਡੈਕਲੇਰੇਸ਼ਨ ਤਿਆਰ ਕਰਵਾਈ ਦੀ ਆ, ਕਿਸੇ ਭੈਣ ਭਰਾ ਨੂੰ ਜਦੋਂ ਪੰਜਾਬ 'ਚ ਭੇਜੀ ਆ, ਉੱਥੇ ਜਿਹਦੇ ਤੋਂ ਫਾਈਲ ਲਗਵਾਉਂਦੇ ਨੇ, ਇਹ ਤਾਂ ਜੀ ਅਟੈਸਟਡ ਨਹੀਂ, ਨੋਟਰੀਰਾਈਜ਼ ਨਹੀਂ ਕੀਤੀ ਹੋਈ, ਇਹ ਓਰੀਜਨਲ ਨਹੀਂ, ਇਹ ਤਾਂ ਤੁਹਾਨੂੰ ਈਮੇਲ 'ਚ ਆਈ ਹੋਈ ਆ, ਓਰੀਜਨਲ ਚਾਹੀਦੀ ਆ। ਮੈਨੂੰ ਇਹ ਥੋੜਾ ਜਿਹਾ ਦੱਸ ਦਿਓ ਤੇ ਕਲੀਅਰ ਕਰ ਦਿਓ ਦਰਸ਼ਕਾਂ ਨੂੰ ਕਿ ਵਾਕਈ ਨੋਟਰਾਈਜ਼ਡ ਚਾਹੀਦੀ ਹੈ ਕਿ ਵਾਕਈ ਓਰੀਜਨਲ ਚਾਹੀਦੀ ਹੈ। ਇਸ ਗੱਲ ਪਿੱਛੇ ਬਹੁਤ ਸਾਰੇ ਲੋਕ ਮੈਂ ਲਟਾਈ ਕਰਾਉਂਦੇ ਅੱਖੀਂ ਦੇਖਿਆ। ਦੇਖੋ, ਇਸ ਤਰ੍ਹਾਂ ਕਿ ਜਦੋਂ ਅਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹਾਂ, ਆਨਲਾਈਨ ਕਰੀਏ ਜਾਂ ਪੇਪਰ ਐਪਲੀਕੇਸ਼ਨ ਕਰੀਏ, ਅਗਰ ਕੋਈ ਕੈਨੇਡਾ ਦੇ ਵਿੱਚੋਂ ਸਪੋਰਟ ਲੈਟਰ, ਰਾਹਦਾਰੀ ਜਿਹੜਾ ਸ਼ਬਦ ਬੜਾ ਪ੍ਰਚਲਿਤ ਹੈ, ਰਾਹਦਾਰੀ ਭੇਜ ਦਿਓ ਕੈਨੇਡਾ ਦੇ ਵਿੱਚੋਂ ਛੇਤੀ। ਉਹ ਰਾਹਦਾਰੀ ਜਦੋਂ ਅਸੀਂ ਬਣਾਉਂਦੇ ਆ, ਉਹ ਰਾਹਦਾਰੀ ਕੀ ਆ ਕਿ ਅਗਰ ਮੈਂ ਆਪਣੇ ਕਿਸੇ ਦੋਸਤ ਨੂੰ ਇੰਡੀਆ ਦੇ ਵਿੱਚ ਵਿਜ਼ਟਰ ਵੀਜ਼ੇ ਲਈ ਬੁਲਾਉਣਾ ਚਾਹੁੰਦਾ, ਵੀ ਸਾਡੇ ਘਰ ਸਾਡੀ ਐਨੀਵਰਸਰੀ ਆ, ਤਾਂ ਮੈਂ ਉਹਦੇ ਵਿੱਚ ਲਿਖਾਂਗਾ ਕਿ ਮੈਂ ਜਸਵੀਰ ਸਿੰਘ, ਆਹ ਮੇਰਾ ਐਡਰੈਸ ਆ, ਆਹ ਮੇਰੀ ਇਨਕਮ ਆ, ਆਹ ਮੈਂ ਜੌਬ ਕਰਦਾ, ਇੱਥੇ ਮੈਂ ਰਹਿੰਦਾ। ਤਾਂ ਮੈਂ ਉਹਦੇ ਵਿੱਚ ਉਹ ਚੀਜ਼ਾਂ ਲਿਖ ਦਿੱਤੀਆਂ। ਹੁਣ ਅਗਰ ਉਹ ਮੈਂ ਚੀਜ਼ਾਂ ਲਿਖ ਦਿੱਤੀਆਂ ਆ, ਪਰ ਮੈਂ ਕਹਿੰਦਾ ਕਿ ਮੈਂ ਆਪਣੇ ਡਾਕੂਮੈਂਟ ਦੀ ਕਾਪੀ ਨਹੀਂ ਭੇਜਣੀ, ਮੈਂ ਤਾਂ ਸਿਰਫ ਉਹ ਰਾਹਦਾਰੀ ਕੱਲੀ ਭੇਜਣੀ ਆ, ਫਿਰ ਤੁਸੀਂ ਉਹਨੂੰ ਨੋਟਰਾਈਜ਼ ਕਰਾ ਲਓ। ਨੋਟਰਾਈਜ਼ ਦਾ ਮਤਲਬ ਕੀ ਆ ਕਿ ਮੈਂ ਇਹ ਓਥ ਲੈਂਦਾ ਆ
ਤੇ ਨੋਟਰੀ ਜਿਹੜਾ ਨੋਟਰੀ ਹੈਗਾ, ਨੋਟਰੀ ਪਬਲਿਕ, ਉਹਨੇ ਤੁਹਾਡੀ ਆਈਡੀ ਦੇਖੀ ਕਿ ਹਾਂ ਆਹ ਹੀ ਬੰਦਾ ਆ, ਉਹਨੇ ਆਪਣੀ ਮੋਹਰ ਲਗਾਤੀ ਜੀ। ਹੁਣ ਅਗਰ ਮੈਂ ਕਹਿੰਦਾ ਕਿ ਮੇਰੀ ਇਨਕਮ ਸਾਲ ਦੀ ਫੋਰ ਐਗਜ਼ਾਮਪਲ 50,000 ਹੈ, ਮੈਂ 50,000 ਦੀ T4 ਤੇ ਨੋਟਿਸ ਅਸੈਸਮੈਂਟ ਵੀ ਲਾਤਾ, ਮੈਂ ਕੈਨੇਡਾ 'ਚ PR ਆ, ਮੈਂ PR ਕਾਰਡ ਦੀ ਕਾਪੀ ਲਾਤੀ, ਮੇਰੀ ਬੈਂਕ 'ਚ $10,000 ਹੈ, ਮੈਂ $10,000 ਦੀ ਬੈਂਕ ਲੈਟਰ ਵੀ ਲਾਤੀ। ਅਗਰ ਮੈਂ ਆਪਣੇ ਹਰ ਡਾਕੂਮੈਂਟ ਦੀ ਕਾਪੀ ਨਾਲ ਦੇ ਦਿੱਤੀ ਆ, ਫਿਰ ਮੈਂ ਨੋਟਰੀ ਕਿਹਨੂੰ ਕਰਾਉਣਾ? ਫਿਰ ਜਿੰਨੇ ਉਹ ਡਾਕੂਮੈਂਟਸ ਹੈ, PR ਕਾਰਡ, ਨੋਟਿਸ ਆਫ ਅਸੈਸਮੈਂਟ, ਬੈਂਕ ਲੈਟਰ, T4, ਉਹ ਕਿਹਦੀ ਦਿੱਤੀ ਹੋਈ ਆ? ਕੈਨੇਡੀਅਨ ਗਵਰਨਮੈਂਟ ਦੀ। ਅਗਰ ਅਸੀਂ ਕੋਈ ਨਕਲੀ ਲਗਾ ਦੇਵਾਂਗੇ ਕਿ ਉਹ ਚੈੱਕ ਨਹੀਂ ਕਰ ਸਕਦੇ? ਕੋਈ ਵੀ ਵੀਜ਼ਾ ਮੈਂ ਪਿਛਲੇ 13-14 ਸਾਲ ਦੀ ਪ੍ਰੈਕਟਿਸ 'ਚ ਅਜੇ ਵੀ ਕੋਈ ਵਿਜ਼ਟਰ ਵੀਜ਼ਾ ਇਸ ਕਰਕੇ ਰਿਫਿਊਜ਼ ਹੁੰਦਾ ਨਹੀਂ ਦੇਖਿਆ ਜਿੱਥੇ ਉਹਨੇ ਕਿਹਾ ਹੋਵੇ ਕਿ ਤੁਹਾਡੇ ਜਿਹੜੇ ਕੈਨੇਡੀਅਨ ਰਾਹਦਾਰੀ ਜਾਂ ਡੈਕਲੇਰੇਸ਼ਨਸ ਬੋਰਡ ਸੀ, ਇਹ ਨੋਟਰਾਈਜ਼ ਨਹੀਂ ਸੀ, ਅਸੀਂ ਤਾਂ ਨਹੀਂ ਕੀਤਾ। ਲੋਕੀ ਕਹਿਣਗੇ ਯਾਰ ਲਾਲ ਮੋਹਰ ਨਹੀਂ ਲੱਗੀ, ਉਹ ਇਹਦਾ ਮੈਂ ਵੱਡਾ ਗਵਾਹ ਬੈਠਾ ਜੀ, ਤੁਹਾਡੇ ਕੋਲ ਸਿੰਪਲ ਪੇਪਰ ਤੇ ਤਿਆਰ ਕੀਤੀਆਂ, ਲਗਭਗ ਸਾਰਾ ਪਰਿਵਾਰ ਆਇਆ ਜੀ। ਬਿਲਕੁਲ। ਸੋ ਇਹਦੇ ਨਾਲ ਹੀ ਜਸਵੀਰ ਸਿੰਘ ਜੀ, ਅੱਜ ਤੁਸੀਂ ਜਿਹੜੀ ਇਹ ਵਡਮੁੱਲੀ ਜਾਣਕਾਰੀ ਦਿੱਤੀ ਆ, ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਪੈਸਾ ਤੇ ਇੱਧਰ ਉੱਧਰ ਬਿਨਾਂ ਵਜ੍ਹਾ ਕਿਤੇ ਖਰਚ ਦਿੰਦੇ ਆ, ਉਹਨਾਂ ਦੀ ਬੱਚਤ ਵੀ ਹੋਏਗੀ। ਪਰ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਆਪਣਾ ਫੋਨ ਨੰਬਰ, ਆਪਣੀ ਕੋਈ ਈਮੇਲ ਜੀ, ਤੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕੇ, ਉਹ ਜ਼ਰੂਰ ਦਿਓ ਜੀ। ਜਿਹੜਾ ਫੋਨ ਨੰਬਰ ਹੈ ਉਹ ਹੈਗਾ ਜੀ 6047208278 604 720 8278। ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਵੀ ਛੱਡ ਸਕਦੇ ਹੋ। ਤੇ ਜਿਹੜੀ ਈਮੇਲ ਹੈ ਉਹ ਹੈਗੀ ਆ jasbir JASB for boy IR 78@gmail.com। ਤੁਸੀਂ ਇਹਦੇ ਤੇ ਕੋਈ ਇਨਕੁਆਇਰੀ ਭੇਜਣੀ ਹੋਵੇ ਭੇਜ ਸਕਦੇ ਹੋ, ਜਵਾਬ ਤੁਹਾਨੂੰ 1-2-4 ਦਿਨਾਂ 'ਚ ਆ ਹੀ ਜਾਏਗਾ। ਸੋ ਜਸਵੀਰ ਸਿੰਘ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ। ਫਿਰ ਮਿਲਾਂਗੇ ਜੀ ਆਪਾਂ ਲੜੀਵਾਰ ਕਿ ਕਿਹੜੇ ਵਰਕ ਪਰਮਿਟ ਕਿਹੜੇ ਕੈਟਾਗਰੀ ਵਿੱਚ ਕਿਵੇਂ ਆ ਜਾ ਸਕਦਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਥੈਂਕ ਯੂ। ਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਮੈਨੂੰ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਤੁਹਾਡਾ ਇਸ ਪ੍ਰੋਗਰਾਮ ਨੂੰ ਲੈ ਕੇ ਕੋਈ ਸਵਾਲ ਹੋਵੇ ਕਮੈਂਟ ਦੇ ਰੂਪ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਜੇਕਰ ਅਗਲੇ ਪ੍ਰੋਗਰਾਮ ਵਿੱਚ ਤੁਸੀਂ ਕਿਸੇ ਸਵਾਲ ਦਾ ਜਵਾਬ ਲੈਣਾ ਚਾਹੁੰਦੇ ਹੋ, ਕੈਨੇਡੀਅਨ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਸਵਾਲ ਹੋਵੇ, ਕਮੈਂਟ ਦੇ ਰੂਪ ਵਿੱਚ ਜ਼ਰੂਰ ਪੁੱਛਿਓ। ਮੇਰੀ ਕੋਸ਼ਿਸ਼ ਹੋਏਗੀ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਜਸਵੀਰ ਸਿੰਘ ਕਲੇਰ ਹੋਰਾਂ ਦੇ ਨਾਲ ਤੁਹਾਡੇ ਸਵਾਲ ਨੂੰ ਸਾਂਝਾ ਕਰਕੇ ਤੁਹਾਨੂੰ ਜਵਾਬ ਲੈ ਕੇ ਦੇ ਸਕਾਂ। ਸੋ ਤੁਹਾਡੇ ਕਮੈਂਟਸ ਦਾ ਮੈਨੂੰ ਇੰਤਜ਼ਾਰ ਰਹੇਗਾ। ਤੇ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ, ਤਾਂ ਕਿ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਦਰਸ਼ਕਾਂ ਤੱਕ ਅਸੀਂ ਪੁੱਜਦਾ ਕਰ ਸਕੀਏ। ਇਹਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।